TV 16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਬਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ ਜੀ ਖਾਸ ਪ੍ਰੋਗਰਾਮ ਲੈ ਕੇ। ਇਸ ਖਾਸ ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਗੱਲਬਾਤ ਕਰਾਂਗੇ ਬਾਬਾ ਬਲਵਿੰਦਰ ਸਿੰਘ ਜੀ ਜਿਹੜੇ ਮੋਇਆਂ ਦੀ ਮੰਡੀ ਜਥੇਬੰਦੀ ਨਾਲ ਸੰਬੰਧਿਤ ਨੇ। ਜਿੱਦਾਂ ਕਿ ਆਪਾਂ ਜਾਣਦੇ ਹਾਂ ਕਿ ਸਿੰਘੂ ਬਾਰਡਰ ਦੇ ਉੱਤੇ ਜਿਹੜੀ ਇੱਕ ਘਟਨਾ ਵਾਪਰੀ ਆ, ਉਸ ਤੋਂ ਬਾਅਦ ਜਿਹੜੀ ਕਾਵਾਂ ਰੌਲੀ ਪਈ ਆ, ਉਹ ਕਾਵਾਂ ਰੌਲੀ ਇੰਨੀ ਕੁ ਜ਼ਿਆਦਾ ਪੈ ਗਈ ਆ ਕਿ ਉਹਦੇ ਵਿੱਚੋਂ ਸਾਨੂੰ ਹੁਣ ਫਿਰ ਇਹ ਚੀਜ਼ ਨਿਖੇੜ ਕੇ ਦੇਖਣੀ ਚਾਹੀਦੀ ਆ ਕਿ ਕਿਹੜੇ ਪੰਥ ਦੇ ਦੋਖੀ ਨੇ ਤੇ ਕਿਹੜੇ ਪੰਥ ਦੇ ਨਾਲ ਖੜੇ ਨੇ। ਸੋ ਜੋ ਕੁਝ ਹੋਇਆ, ਦੁਸ਼ਟ ਨੂੰ ਸਜ਼ਾ ਦਿੱਤੀ ਗਈ ਆ। ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਵਿਚਾਰ ਦਿੱਤੇ। ਕਈਆਂ ਨੇ ਵਿਚਾਰ ਜਿਹੜੇ ਨੇ ਉਹ ਨੰਗ ਜਿਹੜਾ ਬਿਲਕੁਲ ਤੰਗ ਨਜ਼ਰੀਏ ਦੇ ਨਾਲ ਜਿਹੜੇ ਦਿੱਤੇ ਨੇ, ਤੇ ਕੁਝ ਨੇ ਰਾਸ਼ਟਰਵਾਦ ਦੀਆਂ ਐਨਕਾਂ ਲਾਈਆਂ ਹੋਈਆਂ ਨੇ। ਜਿਹੜੇ ਲੋਕ ਉਹਨਾਂ ਐਨਕਾਂ ਰਾਹੀਂ ਵੇਖਦੇ ਨੇ ਉਹਨਾਂ ਦਾ ਨਜ਼ਰੀਆ ਵੀ ਬਿਲਕੁਲ ਤੰਗ ਹੈਗਾ। ਤੇ ਇਸੇ ਗੱਲਬਾਤ ਨੂੰ ਅੱਜ ਕਰਨ ਵਾਸਤੇ ਆਪਾਂ ਜਿਹੜੀ ਕਿ ਇਸ ਘਟਨਾ ਜਿਹੜੀ ਉੱਥੇ ਵਾਪਰੀ ਆ, ਤੇ ਬਾਬਾ ਬਲਵਿੰਦਰ ਸਿੰਘ ਜੀ ਹੋਣੀ ਜਿਹੜੇ ਕਿ ਸੰਬੰਧਿਤ ਨੇ ਮੋਇਆਂ ਦੀ ਮੰਡੀ ਜਥੇਬੰਦੀ ਦੇ ਨਾਲ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਡਿਟੇਲ ਦੇ ਵਿੱਚ ਕਿ ਇਸ ਟਾਈਮ ਦੇ ਉੱਤੇ ਜਿਹੜੀ ਸਥਿਤੀ ਕੀ ਆ। ਜਿਹੜੀ ਹੋਈ ਘਟਨਾ ਉਹਦੇ ਬਾਰੇ ਤਾਂ ਬਹੁਤ ਜ਼ਿਆਦਾ ਗੱਲਬਾਤ ਹੋ ਚੁੱਕੀ ਆ, ਪਰ ਜਿਹੜੀ ਕਾਵਾਂ ਰੌਲੀ ਪਈ ਆ ਇਹਦੇ ਤੇ ਆਪਾਂ ਜਿਹੜੀ ਗੱਲਬਾਤ ਕਰਨੀ ਆ। ਜਿੱਦਾਂ ਕਿ ਪੰਜਾਬੀ ਦੀ ਇੱਕ ਕਹਾਵਤ ਹੈਗੀ ਆ ਕਿ ਦੁਨੀਆ ਜਿਹੜੀ ਹੈਗੀ ਆ ਦਾਤਰੀ ਨੂੰ ਇੱਕ ਬੰਨੇ ਦੰਦੇ ਹੁੰਦੇ ਆ ਤੇ ਦੁਨੀਆ ਨੂੰ ਦੋਵੇਂ ਬੰਦੇ ਦੰਦੇ ਹੁੰਦੇ ਆ। ਤੇ ਜੇ ਖਾਲਸਿਆਂ ਨੇ ਉਸ ਦੁਸ਼ਟ ਨੂੰ ਸੋਧ ਦਿੱਤਾ ਤੇ ਫਿਰ ਇੰਨੀ ਕਾਵਾਂ ਰੌਲੀ ਪਈ ਕਿਉਂ? ਸੋ ਆਪਾਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਾਬਾ ਬਲਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ TV 16 ਟੋਰਾਂਟੋ ਦੇ ਉੱਤੇ ਜੀ। ਧੰਨਵਾਦ ਜੀ, ਧੰਨਵਾਦ ਜੀ। ਹਾਂਜੀ ਬਾਬਾ ਜੀ, ਪਹਿਲਾਂ ਥੋੜਾ ਜਿਹਾ ਆਪਣੇ ਜਥੇਬੰਦੀ ਬਾਰੇ ਦੱਸ ਦਿਓ ਤੇ ਫਿਰ ਸੰਖੇਪ ਜਿਹੇ ਦੇ ਵਿੱਚ, ਕਿਉਂਕਿ ਸਾਰੇ ਲੋਕਾਂ ਨੂੰ ਪਤਾ ਹੀ ਆ ਕਿ ਕੀ ਘਟਨਾ ਵਾਪਰੀ ਸੀ, ਥੋੜਾ ਜਿਹਾ ਸੰਖੇਪ ਉਹਦੇ ਤੇ ਜਿਹੜੀ ਜਾਣਕਾਰੀ ਦੇ ਦਿਓ ਤੇ ਫਿਰ ਆਪਾਂ ਗੱਲਬਾਤ ਨੂੰ ਜਿਹੜਾ ਹੈ ਅੱਗੇ ਤੋਰਦੇ ਹਾਂ ਜੀ। ਜੀ ਬਾਬਾ ਜੀ। ਠੀਕ ਹੈ ਜੀ। ਹਾਂਜੀ। ਦਾਸ ਪੰਥ ਅਕਾਲੀ ਨਰਵੈਰ ਖਾਲਸਾ ਉੱਡਣਾ ਦਲ ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਮੋਇਆਂ ਦੀ ਮੰਡੀ ਵਾਲੇ ਦਾਸ ਬੋਲ ਰਿਹਾ ਜੀ। ਜੀ ਹਾਂਜੀ ਜੀ ਬਾਬਾ ਜੀ। ਸੋ ਬਾਬਾ ਜੀ, ਜਿੱਦਾਂ ਕਿ ਜਿਹੜੀ ਇਹ ਘਟਨਾ ਵਾਪਰੀ, ਦੁਸ਼ਟ ਸੋਧ ਦਿੱਤਾ ਗਿਆ, ਬਿਲਕੁਲ ਉਹਨੂੰ ਸੋਧਣਾ ਜਿਹੜਾ ਸੀਗਾ ਉਹ ਬਣਦਾ ਸੀਗਾ। ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵਿਚਾਰ ਆਏ ਤੇ ਉਹ ਵਿਚਾਰ ਵੀ ਇਸ ਤਰ੍ਹਾਂ ਦੇ ਸੀਗੇ, ਕਈਆਂ ਨੇ ਬੜੇ ਤਿੱਖੇ ਹਮਲੇ ਕੀਤੇ। ਉਹ ਤਿੱਖੇ ਹਮਲਿਆਂ ਕਰਕੇ ਤੁਹਾਨੂੰ ਪ੍ਰੈਸ ਕਾਨਫਰੰਸ ਵੀ ਕਰਨੀ ਪਈ, ਸਾਰਾ ਕੁਝ ਕਰਨਾ ਪਿਆ। ਜਦੋਂ ਅਸੀਂ ਇਸ ਸਾਰੇ ਮਾਹੌਲ ਨੂੰ ਦੇਖਦੇ ਹਾਂ ਤੇ ਜਦੋਂ ਇਸ ਚੀਜ਼ ਨੂੰ ਭੱਜਿਆ ਨਹੀਂ ਗਿਆ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸੀਗਾ, ਜਿਨ੍ਹਾਂ ਨੇ ਇਹ ਸਾਰੀ ਘਟਨਾ ਕੀਤੀ, ਉਹਨਾਂ ਨੇ ਬਿਲਕੁਲ ਸ਼ਰੇਆਮ ਹਿੱਕ ਤਾਣ ਕੇ ਕਹਿ ਦਿੱਤਾ ਕਿ ਲਓ ਜੀ ਅਸੀਂ ਇਹ ਚੀਜ਼ ਕੀਤੀ ਆ, ਸਾਡੇ ਜਿਹੜੀ ਇਸ਼ਟ ਦੀ ਬੇਅਦਬੀ ਕੀਤੀ ਆ ਤੇ ਉਹਦਾ ਅਸੀਂ ਜਿਹੜਾ ਇਨਸਾਫ ਏਦਾਂ ਹੀ ਲੈਣਾ। ਤੇ ਫਿਰ ਇਹ ਜਿਹੜੀ ਕਾਵਾਂ ਰੌਲੀ ਇਸ ਟਾਈਮ ਦੇ ਉੱਤੇ ਪਈ ਆ, ਵੱਖ-ਵੱਖ ਚਾਹੇ ਉਹ ਕਿਸਾਨ ਜਥੇਬੰਦੀਆਂ ਵੱਲੋਂ ਆਈ ਹੋਈ ਬਿਆਨਬਾਜ਼ੀ ਆ, ਚਾਹੇ ਉਹ ਆ ਜਿਹੜੇ ਜੋਗਿੰਦਰ ਯਾਦਵ ਵਰਗਾ, ਰਵਨੀਤ ਬਿੱਟੂ ਵਰਗਾ, ਬੁੱਚੜ ਬੇਅੰਤੇ ਬੁੱਚੜ ਦਾ ਜਿਹੜਾ ਪੋਤਰਾ ਹੋ ਰਹੇ, ਚਾਹੇ ਮਨਿੰਦਰਜੀਤ ਸਿੰਘ ਬਿੱਟਾ ਜਿਹੜਾ ਆਪਣੇ ਆਪ ਨੂੰ ਜਿਹੜਾ ਹੈ ਉਹਨਾਂ ਨੇ ਸਿੱਖਾਂ ਦੇ ਵਿਰੁੱਧ ਬੋਲਣਾ ਹੀ ਹੁੰਦਾ। ਸੋ ਇਹ ਸਾਰੇ ਜਿਹੜੀ ਇਸ ਟਾਈਮ ਦੇ ਉੱਤੇ ਜੋ ਜਿੱਦਾਂ ਦੀ ਬਿਆਨਬਾਜ਼ੀ ਆਈ, ਉਹਦੇ ਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜੀ? ਦੇਖੋ ਜੀ, ਜਦੋਂ ਡਿਸਕਵਰੀ ਚੈਨਲ ਦੇ ਉੱਤੇ ਕੋਈ ਸ਼ੇਰ ਕੋਈ ਸ਼ਿਕਾਰ ਨੂੰ ਫੜਦਾ ਹੈ ਜੀ, ਤਾਂ ਉਹਨੂੰ ਉਸ ਵੇਲੇ ਨਾ ਹਰ ਇੱਕ ਬੰਦਾ ਕਹਿੰਦਾ ਵੀ ਇਹ ਹੋਣਾ ਨਹੀਂ ਚਾਹੀਦਾ, ਇਹ ਸ਼ੇਰ ਨੇ ਇਹਨੂੰ ਸ਼ਿਕਾਰ ਨੂੰ ਮਾਰ ਲਿਆ। ਉਹ ਇਸ ਕਰਕੇ ਨਹੀਂ ਕਹਿੰਦਾ ਵੀ ਉਹ ਜਿਹੜਾ ਉਹ ਸ਼ਿਕਾਰ ਹੋਇਆ ਉਹਦੇ ਕਰਕੇ ਨਹੀਂ ਕਹਿ ਰਿਹਾ ਉਹ ਜੀ, ਕਿਉਂਕਿ ਮਾਸ ਤਾਂ ਸਾਰੇ ਤਕਰੀਬਨ ਖਾਂਦੇ ਨੇ ਜੀ। ਗੱਲ ਸਿਰਫ ਇਹ ਨਹੀਂ ਆ ਵੀ ਆਪਾਂ ਉਹ ਸ਼ੇਰ ਨਾਲ ਨਫ਼ਰਤ ਕਰਦੇ ਨੇ ਜੀ। ਇਹ ਜਿਹੜੀ ਸਾਰੇ ਕਹਿੰਦੇ ਨੇ ਵੀ ਹੋਣੀ ਨਹੀਂ ਚਾਹੀਦੀ, ਪਰ ਸਾਡੇ ਬਾਣੇ ਦੇ ਨਾਲ ਨਫ਼ਰਤ ਹੋਣ ਦੇ ਕਰਕੇ ਹੀ ਇਹ ਜਿਹੜਾ ਇਹ ਵਾਕਿਆ ਤੋਂ ਜਿਹੜਾ ਇਹ ਵਾਪਰਿਆ, ਜਿਹੜਾ ਲੋਕ ਇਸ ਤਰ੍ਹਾਂ ਬੋਲ ਰਹੇ ਨੇ, ਬਾਣੇ ਦੇ ਨਾਲ ਵੀ ਨਫ਼ਰਤ ਹੈ, ਲੋਕਾਂ ਨੂੰ ਬਾਣੀ ਦੇ ਨਾਲ ਨਫ਼ਰਤ ਹੈ, ਇਸ ਕਰਕੇ ਲੋਕ ਇਹੋ ਜਿਹੀ ਗੱਲਾਂ ਕਰਦੇ ਨੇ ਜੀ। ਜੀ ਬਿਲਕੁਲ। ਸੋ ਬੇਅਦਬੀ ਦੀਆਂ 400 ਤੋਂ ਉੱਤੇ ਘਟਨਾਵਾਂ ਪੰਜਾਬ ਦੇ ਵਿੱਚ ਹੋਈਆਂ, ਉਹਦੇ ਵਿੱਚ ਤਕਰੀਬਨ ਇੱਕ ਵੀ ਕਿਤੇ ਬੰਦੇ ਨੂੰ ਕਿਤੇ 5-7 ਦਿਨ ਦੀ ਵੀ ਸਜ਼ਾ ਜਾਂ ਕੋਈ ਉਹਨੂੰ ਵੱਡੀ ਸਜ਼ਾ ਜਿਹੜੀ ਉਹ ਨਹੀਂ ਹੋਈ। ਤੇ ਜੇ ਆ ਸਜ਼ਾ ਜਿਹੜੀ ਆ ਗੁਰੂ ਦੀ ਪਰੰਪਰਾ ਅਨੁਸਾਰ ਦੇ ਦਿੱਤੀ ਗਈ ਤਾਂ ਇਹਦੇ ਵਿੱਚ ਉਸ ਤੋਂ ਬਾਅਦ ਉਹ ਸਜ਼ਾ ਦੇਣ ਤੋਂ ਬਾਅਦ ਭੱਜਿਆ ਨਹੀਂ ਗਿਆ ਤੇ ਬਿਲਕੁਲ ਸਪਸ਼ਟ ਤੌਰ ਦੇ ਉੱਤੇ ਜਿਹੜੇ ਨੇ ਉਹ ਤਕਰੀਬਨ ਕੁਝ ਸਿੰਘ ਗ੍ਰਿਫਤਾਰ ਹੋਏ। ਤੇ ਬਾਬਾ ਜੀ ਕਿੰਨੇ ਇਸ ਟਾਈਮ ਦੇ ਉੱਤੇ ਉਹਨਾਂ ਨੇ ਸਿੰਘ ਜਿਹੜੇ ਨੇ ਗ੍ਰਿਫਤਾਰ ਕੀਤੇ ਨੇ ਜਥੇਬੰਦੀ ਨਾਲ ਸੰਬੰਧਿਤ ਜੀ? ਦੇਖੋ ਜੀ, ਜਿਹੜੀ ਇਹ ਘਟਨਾ ਹੋਈ ਹੈ ਸਾਰੀ ਦਲ ਪੰਥ ਆਪਣੇ ਉੱਡਣਾ ਦਲ ਦੇ ਵਿੱਚ ਹੋਈ ਹੈ। ਇਹ ਜਿਹੜੀ ਪਾਲਕੀ ਸਾਹਿਬ ਉੱਡਣਾ ਦਲ ਦੀ ਆ ਜੀ, ਤਾਂ ਉਹਦਾ ਜਥੇਦਾਰ ਹੈ ਜੀ। ਤੇ ਇਹ ਜਿਹੜੇ ਜਦੋਂ ਇਹ
ਘਟਨਾ ਹੋ ਜਾਂਦੀ ਹੈ ਤਾਂ ਇਹਦੇ ਵਿੱਚ ਜਿਹੜੇ 2 ਸਿੰਘ ਆ ਛੋਟੀ ਉਮਰ ਦੇ ਭਗਵੰਤ ਸਿੰਘ ਤੇ ਗੋਬਿੰਦਪ੍ਰੀਤ ਸਿੰਘ ਜੀ ਇਹ 10 ਦੇ ਜਥੇ ਦੇ ਸਿੰਘ ਨੇ ਜੀ। 2 ਸਿੰਘ ਤਾਂ ਸਾਡੇ ਜਥੇ ਦੇ ਇਹਦੇ ਵਿੱਚ ਆਪਾਂ ਨੇ ਪੇਸ਼ ਕਰਾਏ ਨੇ ਜਹਾਲ ਜਲਾਲ ਦੇ ਨਾਲ ਚੜ੍ਹਦੀ ਕਲਾ ਨਾਲ ਹਾਰ ਪਾ ਕੇ ਇਹਨਾਂ ਨੂੰ ਸਨਮਾਨ ਕਰਕੇ ਅਸੀਂ ਆਪਣੇ ਆਪ ਸੋਨੀਪਤ ਥਾਣੇ ਦੇ ਆਪਣਾ ਜਿਹੜਾ ਥਾਣਾ ਕੁੰਡਲੀ ਉਹਦੇ ਵਿੱਚ ਉਹਨਾਂ ਨੂੰ ਅਸੀਂ ਆਪਣੇ ਆਪ ਪੇਸ਼ ਕਰਕੇ ਆਏ ਆ। ਤੇ 2 ਸਿੰਘ, ਇੱਕ ਬਾਬਾ ਨਰਾਇਣ ਸਿੰਘ ਜੀ, ਭਾਊ ਸਰਬਜੀਤ ਸਿੰਘ, ਇਹ 2 ਹੋਰ ਜਥੇਬੰਦੀਆਂ ਦੇ ਸਿੰਘ ਨੇ। ਇਹ 4 ਤਕਰੀਬਨ ਗ੍ਰਿਫਤਾਰੀਆਂ ਦੇ ਵਿੱਚ ਆਪਾਂ ਨੇ ਦਿੱਤੀਆਂ ਜੀ ਆਪਣੇ ਆਪ। ਬਾਬਾ ਜੀ ਕੁਝ ਖਬਰਾਂ ਅਜਿਹੀਆਂ ਵੀ ਆ ਰਹੀਆਂ ਨੇ ਕਿ ਕੁਝ ਹੋਰ ਸਿੰਘਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਦੇਖੋ ਜੀ, ਜਦੋਂ ਇਹ 2 ਸਿੰਘ ਪਹਿਲਾਂ ਗ੍ਰਿਫਤਾਰੀਆਂ ਦੇ ਚੁੱਕੇ ਉਸ ਤੋਂ ਬਾਅਦ ਸਾਡੇ ਨਾਲ ਪੁਲਿਸ ਨਾਲ ਸਾਡਾ ਜਿਹੜਾ ਰਾਬਤਾ ਕਾਇਮ ਹੋਇਆ, SSP ਸਾਹਿਬ ਹੋਰ ਵੱਡੇ ਅਫਸਰ ਉੱਥੇ ਬੈਠੇ ਜੀ ਤੇ ਉਹਨਾਂ ਦੇ ਨਾਲ ਇਹ ਗੱਲ ਹੋਈ। ਉਹਨਾਂ ਨੇ ਕਿਹਾ ਜੀ, ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਗ੍ਰਿਫਤਾਰੀਆਂ ਚਾਹੀਦੀਆਂ ਕਿੰਨੀਆਂ ਨੇ ਜੀ? ਉਹ ਕਹਿੰਦੇ ਜੀ ਸਿਰਫ ਇਹ 2 ਬੰਦੇ ਸਾਨੂੰ ਗ੍ਰਿਫਤਾਰੀ ਇਹਦੇ ਵਿੱਚ ਚਾਹੀਦੇ ਨੇ ਤੇ ਉਸ ਤੋਂ ਬਾਅਦ ਅਸੀਂ ਕੋਈ ਗ੍ਰਿਫਤਾਰੀ ਨਹੀਂ ਕਰਾਂਗੇ ਜੀ। ਸਾਡੇ ਨਾਲ ਉਹਨਾਂ ਨੇ ਵਾਅਦਾ ਕਰਕੇ ਇਹ 2 ਗ੍ਰਿਫਤਾਰੀਆਂ ਜਿਹੜੀਆਂ ਬਾਅਦ ਦੇ ਵਿੱਚ ਇਹ ਕੀਤੀਆਂ ਨੇ ਔਰ ਸਰੈਂਡਰ ਅਸੀਂ ਆਪਣੇ ਆਪ ਕੀਤਾ। ਤੇ ਹੁਣ ਜੇ ਉਹ ਦੋਗਲਾ ਚਿਹਰਾ ਦਿਖਾਉਂਦੇ ਨੇ ਤਾਂ ਉਹਦੇ ਵਿੱਚ ਇਹਦੇ ਹੁਣ ਆਪਣੇ ਆਪ ਦੇ ਵਿੱਚ ਉਹ ਸੋਚ ਲੈਣ ਵੀ ਅਸੀਂ ਕੀ ਕਰ ਰਹੇ ਹਾਂ ਜੀ। ਸੋ ਤੁਹਾਡੇ ਕਹਿਣ ਮੁਤਾਬਕ ਕਿ ਉਹ ਹੱਲੇ ਵੀ ਚਾਹੁੰਦੇ ਨੇ ਕਿ ਕੁਝ ਹੋਰ ਸਿੰਘਾਂ ਨੂੰ ਜਿਹੜਾ ਗ੍ਰਿਫਤਾਰ ਜਿਹੜਾ ਉਹ ਕੀਤਾ ਜਾ ਸਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੀ। ਸੋ ਹਾਂਜੀ ਉਹਨਾਂ ਬੋਲੇ ਨੇ ਉਹ ਆਪਣਾ ਜਦੋਂ ਪੇਸ਼ ਕੀਤੇ ਨੇ ਸਿੰਘ, ਉਹ ਕਹਿੰਦੇ ਵੀ ਹਾਂ ਇਹਦੇ ਵਿੱਚ ਹੋਰ ਸਾਨੂੰ ਸਿੰਘ ਚਾਹੀਦੇ ਨੇ। ਪਰ ਹੁਣ ਦੇਖੋ ਜੀ ਮੋਰਚਾ ਆ ਉਹਦੇ ਵਿੱਚ ਬਹੁਤ ਜ਼ਿਆਦਾ ਸਿੰਘ ਕਾਲੇ ਦੇ ਨੇ ਔਰ ਬਹੁਤ ਸੰਗਤ ਆਈ ਵੀ ਆ। ਜਦੋਂ ਇਹ ਵਾਕਿਆ ਵਾਪਰਿਆ 4 ਚਪੇਰੇ ਸਿੰਘ ਖੜੇ ਸੀ, ਇਹਦਾ ਮਤਲਬ ਉਹ ਸਾਰਿਆਂ ਨੂੰ ਥੋੜਾ ਗ੍ਰਿਫਤਾਰ ਕਰਨਾ। ਬਿਲਕੁਲ ਜਿਹੜੇ ਸਿੰਘਾਂ ਨੇ ਕੀਤਾ ਉਹ ਆਪਣੇ ਆਪ ਅਸੀਂ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਨੂੰ ਹਾਜ਼ਰ ਕਰਾ ਦਿੱਤਾ ਜੀ। ਸੋ ਇੱਕ ਛੋਟਾ ਜਿਹਾ ਦੁਸ਼ਟ ਸੀਗਾ, ਉਹਨੂੰ ਇੰਨੇ ਨਿਹੰਗ ਸਿੰਘਾਂ ਦੀ ਤੇ ਉਹ ਜ਼ਰੂਰਤ ਹੀ ਨਹੀਂ ਸੀਗੀ, ਉਹ ਤਾਂ ਇੱਕ ਸਿੰਘ ਹੀ ਉਹਦੇ ਵਾਸਤੇ ਬਹੁਤ ਜ਼ਿਆਦਾ ਸੀਗਾ। ਬਾਬਾ ਜੀ ਹੁਣ ਜਿਹੜੀ ਗੱਲ ਆਪਾਂ ਅੱਗੇ ਕਰਦੇ ਹੈਗੇ ਆ ਕਿ ਚਲੋ ਜਿਹੜੇ ਪੰਥ ਤੋਖੀ ਨੇ ਜਿਹੜੇ ਬਿਲਕੁਲ ਸਪਸ਼ਟ ਤੌਰ ਤੇ ਕੁਝ ਦਿਖਦੇ ਨੇ ਸਾਹਮਣੇ ਹੀ, ਜਿਹੜੇ ਤਾਂ ਲੋਕਾਂ ਨੇ ਸਟੇਟਮੈਂਟਾਂ ਦੇਣੀਆਂ, ਚਾਹੇ ਉਹ ਜੋਗਿੰਦਰ ਯਾਦਵ ਹੋਣ ਜਾਂ ਰਲ ਮਿਲ ਕੇ ਕੁਝ ਕਿਸਾਨ ਜਥੇਬੰਦੀਆਂ ਦੇ ਨਾਲ ਸੰਬੰਧਿਤ ਕੁਝ ਇਹੋ ਜਿਹੇ ਹੋਣ, ਪਰ ਇੱਕ ਜਿਹੜਾ ਸ਼ਖਸ ਜਿਹੜਾ ਬੜਾ ਜ਼ਿਆਦਾ ਉੱਭਰ ਕੇ ਪੈ ਰਿਹਾ, ਮੈਂ ਖਾਸ ਤੌਰ ਦੇ ਉੱਤੇ ਉਹਦਾ ਜ਼ਿਕਰ ਇੱਥੇ ਜ਼ਰੂਰ ਕਰਨਾ ਚਾਹੂੰਗਾ, ਢੱਡਰੀਆਂ ਵਾਲਾ। ਉਹਨੇ ਬੜੀ ਜਿਹੜੀ ਆ ਮੰਗ ਕੀਤੀ ਆ ਕਿ ਜੇ ਮੈਨੂੰ ਵੀਡੀਓ ਚਾਹੀਦੀ ਆ, ਜਦ ਕਿ ਉਹਦਾ ਕੋਈ ਮੰਗ ਕਰਨ ਦਾ ਕੋਈ ਤੁਕ ਨਹੀਂ ਬਣਦੀ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਦੀ ਉਹ ਜਿਹੜੀ ਚੀਜ਼ ਬਾਰੇ ਉਹ ਚੰਗੀ ਤਰ੍ਹਾਂ ਜਾਣਦਾ ਨਹੀਂ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਉਹ ਪੰਥ ਦੇ ਵਿੱਚ ਇੱਕ ਜਿਹੜਾ ਸੱਪ ਦਾ ਰੋਲ ਨਿਭਾ ਰਿਹਾ, ਕੀ ਕਹਿਣਾ ਚਾਹੋਗੇ ਜੀ ਤੁਸੀਂ? ਦੇਖੋ ਜੀ, ਜਿਹੜਾ ਢੱਡਰੀ ਵਾਲਾ ਜਾਂ ਇੱਕ ਨਾਂ ਲੈਣ ਤੋਂ ਅਸੀਂ ਗ੍ਰੇਡ ਕਰਦੇ ਆ, ਇਹਦਾ ਨਾਂ ਲੈਣ ਤੋਂ ਹੀ, ਕਿਉਂਕਿ ਜਿਹੜਾ ਗੁਰੂ ਤੋਂ ਤੋੜਦਾ, ਕਹਿੰਦੇ ਤੋੜਨ ਵਰਗਾ ਪਾਪ ਨਹੀਂ ਤੇ ਜੋੜਨ ਵਰਗਾ ਕੋਈ ਪੁੰਨ ਨਹੀਂ ਜੀ। ਇਹ ਬੰਦਾ ਜਿਹੜਾ ਇਹ ਜ਼ਹਿਰ ਉਗਰ ਰਿਹਾ, ਇਹ ਬੰਦੇ ਦੀ ਹੈਸੀਅਤ ਕੀ ਹੈ? ਇਹਦਾ ਪ੍ਰਚਾਰਕ ਸੀਗਾ, ਇਹਨੂੰ ਤੇ ਪ੍ਰਚਾਰਕ ਦਾ ਵੀ ਇਹਦੇ ਕੋਲੋਂ ਅਕਾਲ ਤਖਤ ਨੇ ਇਹਦੇ ਕੋਲ ਜਿਹੜਾ ਉਹ ਖੋਲਿਆ, ਉਹਦਾ ਵੀ ਪ੍ਰਚਾਰ ਵੀ ਨਹੀਂ ਕਰ ਸਕਦਾ ਬਾਹਰ। ਇਹ ਉੱਥੇ ਬੈਠਾ ਗੱਲਾਂ ਮਾਰੀ ਜਾਂਦਾ, ਮੈਨੂੰ ਵੀਡੀਓ ਬਣਾ ਕੇ ਦਿਓ ਵੀਡੀਓ। ਜਦੋਂ ਇਹ ਪੰਜਾਬੀ ਵਿੱਚੇ ਸਾਰਾ ਕੁਝ ਗਿੱਲੀ ਹੋਈ ਸੀ, ਉਦੋਂ ਇਹਦੀ ਵੀਡੀਓ ਇਹਨੇ ਕਿਉਂ ਨਹੀਂ ਦਿੱਤੀ ਹੈਗੀ? ਬਿਲਕੁਲ ਮੈਂ ਗੱਡੀ ਭਜਾਈ ਜੀ, ਮੇਰੇ ਤੇ ਇੰਨੇ ਬੰਦੇ ਨੇ ਗੋਲੀਆਂ ਮਾਰੀਆਂ, ਉਹ ਵੀਡੀਓ ਇਹਨੇ ਉਦੋਂ ਕਿਉਂ ਨਹੀਂ ਦਿੱਤੀਆਂ ਹੈਗੀਆਂ? ਬਿਲਕੁਲ ਇਹਦੇ ਡੈਸ਼ ਕੈਮਰੇ ਦੇ ਅੱਗੇ ਜੀ ਬਾਬਾ ਜੀ। ਬਾਕੀ ਜਿਹੜੀ ਇਹ ਗੱਲ ਹੈ ਜੀ, ਦੇਖੋ ਜਦੋਂ ਉਹਨੂੰ ਬੰਦਾ ਬੇਅਦਬੀ ਕਰਕੇ ਦੌੜਿਆ ਤੇ ਉਹ ਪਹਿਲਾਂ ਉਹਨੂੰ ਫੜਦੇ ਜਾਂ ਉੱਥੇ ਉਹਨੂੰ ਕਹਿੰਦੇ ਵੀ ਤੂੰ ਬੇਅਦਬੀ ਕਰ ਲੈ, ਅਸੀਂ ਤੇਰੀ ਵੀਡੀਓ ਬਣਾਉਂਦੇ ਆ ਖੜ ਕੇ ਜੀ। ਇਸ ਤਰ੍ਹਾਂ ਹੁੰਦਾ ਜੀ ਕਦੀ? ਬਿਲਕੁਲ ਗੱਲਾਂ ਨੇ, ਇਹਨਾਂ ਗੱਲਾਂ ਦਾ ਕੋਈ ਅਰਥ ਨਹੀਂ ਹੈ। ਬਿਲਕੁਲ ਬਾਬਾ ਜੀ, ਜੇ ਹੁਣ ਸਪੋਜ਼ ਕਰੋ ਕਿ ਮੈਂ ਤੁਹਾਡੇ ਤੋਂ ਇਸ ਪ੍ਰੋਗਰਾਮ ਤੋਂ ਪਹਿਲਾਂ ਮੈਂ ਇੱਕ ਪ੍ਰੋਗਰਾਮ ਹੋਰ ਕਰਕੇ ਹਟਿਆ, ਉਹਦੇ 'ਚ ਵੀ ਮੈਂ ਇਹੀ ਗੱਲ ਕੀਤੀ ਸੀ ਕਿ ਜਦੋਂ ਪਿਓ ਦੀ ਪੱਤ ਲੱਥ ਰਹੀ ਹੋਵੇ ਤੇ ਉਦੋਂ ਸਾਹਮਣੇ ਪਹਿਲਾਂ ਉਸ ਪਿਓ ਦੀ ਲੱਥ ਰਹੀ ਪੱਤ ਨੂੰ ਬਚਾਉਣਾ ਹੁੰਦਾ ਕਿ ਜਾਂ ਉਸ ਟਾਈਮ ਦੇ ਉੱਤੇ ਕਿਹੜਾ ਉਹ ਪੋਤਿਆ ਜਿਹੜਾ ਕੱਢ ਕੇ ਵੀਡੀਓ ਬਣਾਉਣੀ ਸ਼ੁਰੂ ਕਰੂਗਾ। ਉਸ ਟਾਈਮ ਦੇ ਉੱਤੇ ਅਚਾਨਕ ਵਾਪਰੀ ਘਟਨਾ ਦੇ ਉੱਤੇ ਤਾਂ ਕਈ ਵਾਰੀ ਬੰਦੇ ਨੂੰ ਸੁੱਝਦਾ ਕੁਝ ਨਹੀਂ ਕਿ ਮੈਂ ਕਰਾਂ ਕੀ ਉਸ ਟਾਈਮ ਦੇ ਉੱਤੇ। ਸੋ ਉਹ ਬੜੀ ਵੱਡੀ ਗੱਲ ਆ ਕਿ ਉਸ ਟਾਈਮ ਦੇ ਉੱਤੇ ਤੁਸੀਂ ਬੰਦੇ ਨੂੰ ਦਬੋਚ ਲਿਆ, ਨਹੀਂ ਤੇ ਪਤਾ ਨਹੀਂ ਉਹ ਕੀ ਕੁਝ ਹੋਰ ਜਿਹੜਾ ਸੀ ਉਹ ਕਰਕੇ ਜਾਂਦਾ। ਬਾਬਾ ਜੀ ਇੱਕ ਜਿਹੜਾ ਇਹਨਾਂ ਦਾ ਦੂਸਰਾ ਜਿਹੜਾ ਭਾਰਤੀ ਮੀਡੀਆ, ਉਹ ਇਸ ਟਾਈਮ ਦੇ ਉੱਤੇ ਜਿਹੜਾ ਉਹ ਤਕਰੀਬਨ ਚਾਹੇ ਕੁਝ ਵੀ ਕਹਿ ਲਿਆ ਜਾਵੇ, ਭਾਵੇਂ ਚਲੋ ਉਹ ਨਿਹੰਗ ਸਿੰਘਾਂ ਜਥੇਬੰਦੀਆਂ ਦਾ ਨਾਂ ਲੈਣ ਜਾਂ ਜਿੰਨੇ ਕੋਈ ਪੱਗ ਬੱਧੀ ਆ, ਪਗੜੀ ਧਾਰੀ ਆ, ਸਾਰੇ ਸਿੱਖ, ਚਾਹੇ ਉਹਦੇ 'ਚ ਜਿਹਨੂੰ ਆਪਾਂ ਇਹ ਵੀ ਕਹਿ ਲਈਏ ਕਿ ਜਿਹੜੇ ਕੋਈ ਖੱਬੇ ਪੱਖੀ ਵੀ ਨੇ,
ਇਹ ਸਾਰਿਆਂ ਨੂੰ ਇਸ ਟਾਈਮ ਦੇ ਉੱਤੇ ਤਾਲਿਬਾਨੀ ਕਹਿ ਕੇ ਪੁਕਾਰ ਰਹੇ ਨੇ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈਗਾ? ਕਿਉਂ ਮਤਲਬ ਕਿ ਵੀ ਇਹ ਮੀਡੀਆ ਜਿਹੜਾ ਹੈਗਾ ਸਾਨੂੰ ਜਿਹੜਾ ਉਹ ਇਸ ਤਰ੍ਹਾਂ ਦੇ ਨਾਲ ਪ੍ਰਚਾਰਦਾ, ਕੀ ਕਹੋਗੇ ਇਹਦੇ ਬਾਰੇ? ਜੀ ਦੇਖੋ ਜੀ, ਇਹਨਾਂ ਨੂੰ ਸ਼ਿਕਾਰ ਦੇ ਨਾਲ ਹਮਦਰਦੀ ਨਹੀਂ, ਇਹਨਾਂ ਨੂੰ ਸ਼ਿਕਾਰੀ ਦੇ ਨਾਲ ਨਫ਼ਰਤ ਹੈ ਜੀ। ਜਿਹੜੀ ਉਹ ਨਫ਼ਰਤ ਹੈ ਉਹ ਸਾਹਮਣੇ ਆ ਰਹੀ ਹੈ। ਇਹ ਨਫ਼ਰਤ ਹੈ ਜਿਹੜੀ ਸਿੱਖਾਂ ਪ੍ਰਤੀ ਨਫ਼ਰਤ ਹੈ। ਇਹਨਾਂ ਨੂੰ ਪਤਾ ਵੀ ਇਹ ਜਿਹੜੇ ਪੰਜਾਬ ਦੇ ਵਸਿੰਦੇ ਨੇ ਜਾਂ ਪੰਜਾਬੀ ਲੋਕ ਨੇ, ਇਹਨਾਂ ਨੇ ਹੀ ਸਾਡੇ ਅੱਗੇ ਖਲੋਣਾ ਹੈ। ਇਹ ਸੋਚਦੇ ਸੀ ਵੀ ਇਹਨਾਂ ਦੀ ਗੈਰਤ ਤੇ ਸਾਰੀ ਜਿਹੜੀ ਉਹ ਖਤਮ ਹੋ ਚੁੱਕੀ ਆ। ਜਦੋਂ ਹੁਣ ਇਹ ਸੋਧਾ ਲੱਗ ਗਿਆ, ਇਹ ਹੁਣ ਸੋਚਦੇ ਨੇ ਵੀ ਇਹ ਗੈਰਤ ਇਹਨਾਂ ਦੇ ਵਿੱਚ ਇਹ ਬੰਦੇ ਹੈਗੇ ਹਲੇ ਗੈਰਤ ਵਾਲੇ। ਇਹਨਾਂ ਨੂੰ ਮਹਾਰਾਜ ਇਹ ਗੱਲ ਦੀਆਂ ਭਾਜੜਾਂ ਪਈਆਂ ਹੋਈਆਂ ਨੇ ਵੀ ਇਹਨਾਂ ਦੇ ਵਿੱਚ ਗੈਰਤ ਹਲੇ ਵੀ ਉਸੇ ਤਰ੍ਹਾਂ ਹੀ ਹੈ। ਜੀ ਬਾਬਾ ਜੀ, ਇੱਕ ਗੱਲ ਮੈਂ ਹੋਰ ਇੱਥੇ ਤੁਹਾਡੇ ਨਾਲ ਕਰਨੀ ਚਾਹਾਂਗਾ ਕਿ ਜਦੋਂ ਸਿੱਖ ਜਾਂ ਕਿਤੇ ਵੀ ਕੋਈ ਵੀ ਕਿਸੇ ਵੀ ਜਗ੍ਹਾ ਦੇ ਉੱਤੇ, ਜਦੋਂ ਕਿਸੇ ਜਗ੍ਹਾ ਦੇ ਉੱਤੇ ਕੋਈ ਚੀਜ਼ ਨਹੀਂ ਸੰਭਾਲੀ ਜਾਂਦੀ, ਕੋਈ ਦੇਸ਼ ਹੋਵੇ ਕੋਈ ਪ੍ਰਦੇਸ਼ ਹੋਵੇ, ਤੇ ਉਸ ਟਾਈਮ ਦੇ ਉੱਤੇ ਜਦੋਂ ਮੌਜੂਦਾ ਸਮੇਂ ਦੇ ਜਿਹੜੇ ਜੋ ਵੀ ਸਿਕਿਉਰਿਟੀ ਹੁੰਦੀ ਆ ਜਾਂ ਕੋਈ ਉਹਨਾਂ ਦੀ ਪੁਲਿਸ ਹੁੰਦੀ ਆ ਉਹਦੇ ਕੋਲ ਨਹੀਂ ਸਾਂਭਿਆ ਜਾਂਦਾ, ਤਾਂ ਉਸ ਟਾਈਮ ਦੇ ਉੱਤੇ ਉਹ ਜਿਹੜਾ ਹਿੱਸਾ ਹੈ ਉਹਨੂੰ ਫੌਜ ਦੇ ਹਵਾਲੇ ਕਰ ਦਿੱਤਾ ਜਾਂਦਾ ਹੈਗਾ। ਸੋ ਮੈਂ ਇਹ ਸਮਝਦਾ ਹੈਗਾ ਕਿ ਸਾਡੀ ਖਾਲਸਾ ਫੌਜ ਜਿਹੜੀ ਹੈਗੀ ਆ ਗੁਰੂ ਵੱਲੋਂ ਥਾਪੀ ਹੋਈ, ਉਹ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਨੇ। ਤੇ ਇੱਥੋਂ ਤੱਕ ਮੈਂ ਇਹ ਸੋਚਦਾ ਹੈਗਾ ਕਿ ਕਮ ਸੇ ਕਮ ਇਸ ਟਾਈਮ ਦੇ ਉੱਤੇ ਮੈਨੂੰ ਲੱਗਦਾ ਕਿ ਗੁਰਦੁਆਰਿਆਂ ਦਾ ਪ੍ਰਬੰਧ ਵੀ ਨਿਹੰਗ ਸਿੰਘ ਜਿਹੜੀਆਂ ਸੁਹਿਰਦ ਜਥੇਬੰਦੀਆਂ ਨੇ ਉਹਨਾਂ ਨੂੰ ਸੌਂਪ ਦੇਣਾ ਚਾਹੀਦਾ ਕਿ ਕਮ ਸੇ ਕਮ ਜਿਹੜੇ ਇਹੋ ਜਿਹੇ ਦੁਸ਼ਟ ਲੋਕ ਆ ਕੇ ਸਾਡੇ ਇਸ਼ਟ ਦੀ ਬੇਅਦਬੀ ਕਰਦੇ ਆ, ਉਹਨਾਂ ਨਾਲ ਕਮ ਸੇ ਕਮ ਉਹੋ ਜਿਹਾ ਹੀ ਸਲੂਕ ਕੀਤਾ ਜਾਵੇ ਜਿਹੜਾ ਕੁਝ ਇਸ ਟਾਈਮ ਦੇ ਉੱਤੇ ਜਿਹੜਾ ਕਿ ਸਿੰਘੂ ਬਾਰਡਰ ਦੇ ਉੱਤੇ ਹੋਇਆ। ਜੀ ਕੀ ਕਹਿਣਾ ਚਾਹੋਗੇ ਬਾਬਾ ਜੀ ਇਹਦੇ ਬਾਰੇ? ਦੇਖੋ ਜੀ, ਅੱਜ ਤੋਂ 100 ਸਾਲ ਪਹਿਲਾਂ ਜਿਹੜਾ ਇਹ ਪਟਾ ਜਿਹੜਾ ਬਾਬਾ ਚੇਤ ਸਿੰਘ ਜੀ ਬੁੱਢਾ ਦਲ ਦੇ ਜਥੇਦਾਰ ਹੋਏ ਨੇ, ਉਹ ਪਟਾ ਪਹਿਲੋਂ ਇਹ ਜਿਹੜੇ ਗੁਰਦੁਆਰੇ ਦਾ ਪ੍ਰਬੰਧ ਨਿਹੰਗ ਸਿੰਘਾਂ ਕੋਲ ਸੀਗਾ ਜੀ। ਇਹ ਫਿਰ ਸ਼੍ਰੋਮਣੀ ਕਮੇਟੀ ਜਦੋਂ ਤਿਆਰ ਹੋਈ, ਫਿਰ ਇਹਨਾਂ ਨੂੰ ਇਹ ਪਟਾ ਲਿਖ ਕੇ ਦਿੱਤਾ ਵੀ ਇਹ 100 ਸਾਲ ਵਾਸਤੇ ਵੀ ਤੁਸੀਂ ਇਹਨਾਂ ਦੀ ਸੇਵਾ ਕਰੋਗੇ। ਜਦੋਂ ਦੀ ਇਹਨਾਂ ਕੋਲ ਸੇਵਾ ਆਈ ਆ, ਇਹਨਾਂ ਨੇ ਜੋ ਪੁਰਾਣੀਆਂ ਇਮਾਰਤਾਂ, ਇਤਿਹਾਸ, ਜੋ ਸਾਰੀ ਹਰ ਇੱਕ ਗੱਲ ਦਾ ਮਲੀਆਂ ਮੇਟ ਕਰਦੇ ਆ ਰਹੇ ਨੇ। ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਲਕਾਂ ਦਾ ਇਹਨਾਂ ਨੂੰ ਪਤਾ ਹੈ। ਗੋਲਕਾਂ ਜਦੋਂ ਅੱਗੇ ਪਿੱਛੇ ਲੈ ਕੇ ਜਾਂਦੇ ਨੇ, ਉਹਦੇ ਨਾਲ ਇਹ ਸਿਕਿਉਰਿਟੀ ਭੇਜਦੇ ਨੇ। ਪਰ ਗੁਰੂ ਗ੍ਰੰਥ ਸਾਹਿਬ ਔਰ ਮਹਾਰਾਜ ਵਾਸਤੇ ਇਹਨਾਂ ਦੀ ਕੋਈ ਸਿਕਿਉਰਿਟੀ ਨਹੀਂ। ਕੇਸਗੜ੍ਹ ਸਾਹਿਬ ਕੋਈ ਵੀ ਬੰਦਾ ਅੰਦਰ ਜਾ ਕੇ ਸਿਗਰਟ ਪੀਂਦਾ ਤੇ ਉਹ ਸੁੱਟ ਦਿੰਦਾ ਗਿਰਾਕੀਆਂ ਦੇ ਉੱਤੇ। ਇਹਨਾਂ ਦੀਆਂ ਜ਼ਮੀਰਾਂ ਬਿਲਕੁਲ ਮਰ ਚੁੱਕੀਆਂ ਨੇ ਜੀ। ਇਹ ਲੈਕ ਨਹੀਂ ਹੈ ਹੁਣ ਗੁਰੂ ਘਰਾਂ ਦੇ ਸਾਹਮਣੇ ਦੇ ਯੋਗ। ਇਹਨਾਂ ਨੂੰ ਚੁੱਪ ਕਰਕੇ ਸਾਰਾ ਪ੍ਰਬੰਧ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ। ਬਿਲਕੁਲ, ਕਿਉਂਕਿ ਇਸ ਟਾਈਮ ਦੇ ਉੱਤੇ ਖਾਲਸਾ ਫੌਜ ਦੀ ਜਿਹੜੀ ਫੌਜ ਹੈਗੀ ਆ ਉਹ ਲਾਡਲੀਆਂ ਫੌਜਾਂ ਹੀ ਨੇ, ਉਹਨਾਂ ਨੂੰ ਹੀ ਜਿਹੜਾ ਉਹ ਸੌਂਪ ਦੇਣਾ ਚਾਹੀਦਾ। ਮੈਨੂੰ ਲੱਗਦਾ ਸਮਾਂ ਨੇੜੇ ਆਉਂਦਾ ਜਾਂਦਾ, ਇਹ ਸਭ ਕੁਝ ਜ਼ਰੂਰ ਵਾਪਰੇਗਾ। ਗੁਰੂ ਕਲਗੀਧਰ ਪਾਤਸ਼ਾਹ ਦੀ ਜ਼ਰੂਰ ਬਖਸ਼ਿਸ਼ ਹੋਏਗੀ ਕਿ ਸਾਡਾ ਕਮ ਸੇ ਕਮ ਬਚਾਅ ਹੀ ਇਸ ਤਰ੍ਹਾਂ ਦੇ ਨਾਲ ਹੋ ਸਕੇ। ਸੋ ਬਾਬਾ ਜੀ, ਇਸ ਟਾਈਮ ਦੇ ਉੱਤੇ ਉੱਥੇ ਸਿੰਘੂ ਬਾਰਡਰ ਦੇ ਹਾਲਾਤ ਕੀ ਨੇ? ਕਿਉਂਕਿ ਕੁਝ ਖਬਰਾਂ ਇਹੋ ਜਿਹੀਆਂ ਸੁਣਨ ਵਿੱਚ ਆਈਆਂ ਕਿ ਬਹੁਤ ਸਾਰੇ ਜਿੱਦਾਂ ਉਹ ਕੁਝ ਕਿਸਾਨ ਆਗੂ ਨੇ ਜਾਂ ਇਹੋ ਜਿਹੇ ਸਟੇਟਮੈਂਟ ਦਿੱਤੀਆਂ ਨੇ, ਕਈ ਵਾਰੀ ਹਾਸੋ ਹੀਣੀਆਂ ਸਟੇਟਮੈਂਟ ਹੋ ਜਾਂਦੀਆਂ ਨੇ ਕਿ ਅਸੀਂ ਇਸ ਕਤਲ ਦੇ ਮਾਮਲੇ ਵਿੱਚ ਸਹਿਯੋਗ ਦੇਵਾਂਗੇ। ਮੈਨੂੰ ਇਹ ਸਮਝ ਨਹੀਂ ਆਈ ਕਿ ਸਹਿਯੋਗ ਤੁਸੀਂ ਦਿਓਗੇ ਕਾਹਦਾ, ਜੇ ਉਸ ਦੁਸ਼ਟ ਨੂੰ ਸੋਧ ਕੇ ਉਹਨਾਂ ਨੇ ਆਪਣੇ ਆਪ ਨੂੰ ਉੱਥੇ ਜਿਹੜਾ ਆਪਣੇ ਆਪ ਨੂੰ ਸਰੈਂਡਰ ਕਰਤਾ, ਤੇ ਉਹਦੇ ਚ ਜਥੇਬੰਦੀਆਂ ਦਾ ਕਾਹਦਾ ਸਹਿਯੋਗ ਹੋ ਗਿਆ? ਉਹਨਾਂ ਦੀ ਤਾਂ ਸਹਿਯੋਗ ਦੀ ਲੋੜ ਹੀ ਨਹੀਂ। ਦੋਸ਼ੀ ਭੱਜਿਆ ਹੋਵੇ ਤੇ ਤਾਂ ਤੇ ਤੁਸੀਂ ਉਸ ਚੀਜ਼ ਦਾ ਸਹਿਯੋਗ ਦਿਓ। ਪਰ ਹੁਣ ਇਸ ਟਾਈਮ ਦੇ ਉੱਤੇ ਸਥਿਤੀ ਕੀ ਹੈਗੀ ਆ? ਤੁਸੀਂ ਕੀ ਸਮਝਦੇ ਹੋ ਕਿ ਲੋਕਾਂ ਦਾ ਕੀ ਕਹਿਣਾ ਕਿ ਤੁਸੀਂ ਇੱਕ ਕਿਹਾ ਕਿ ਜੇ ਸੰਗਤ ਸਾਨੂੰ ਕਹੇਗੀ ਤੇ ਅਸੀਂ ਇੱਥੇ ਰੁਕਾਂਗੇ, ਤੇ ਜੇ ਇਹ ਕਹਿਣਗੇ ਕਿ ਤੁਸੀਂ ਇੱਥੋਂ ਚਲੇ ਜਾਓ ਤੇ ਤੁਸੀਂ ਇੱਥੋਂ ਜਾਨੀ ਕਿ ਚਲੇ ਜਾਓਗੇ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਜੀ ਬਾਬਾ ਜੀ। ਦੇਖੋ ਜੀ, ਜਦੋਂ ਕੱਲ ਇਹ ਜਿਹੜੀਆਂ ਜਥੇਬੰਦੀਆਂ ਨੇ, ਇਹ ਦੇਖੋ ਜੇ ਕੋਈ ਲਾਲ ਕਿਲੇ ਚਲਿਆ ਜਾਂਦਾ ਤਾਂ ਕਹਿੰਦੇ ਸਾਡਾ ਨਹੀਂ। ਜੇ ਕੋਈ ਕਿਸੇ ਜ਼ਿਲ੍ਹੇ ਦੇ ਵਿੱਚ ਕੋਈ ਪ੍ਰਦਰਸ਼ਨ ਕਰਦਾ, ਕਿਸੇ ਪਾਰਟੀਆਂ ਨੂੰ ਘੇਰਦਾ ਇਸ ਗੱਲ ਦੇ ਮੁੱਦੇ ਤੇ, ਕਹਿੰਦੇ ਸਾਡਾ ਨਹੀਂ। ਜੇ ਅਕਾਲੀਆਂ ਦੀ ਆਪਣਾ ਜਿਹੜੀਆਂ ਉਹ ਦਿੱਲੀ ਦੇ ਵਿੱਚ ਇਹਨਾਂ ਨੇ ਕੋਈ ਕੀਤੀ ਧਰਨਾ ਦੇਣਗੇ ਵਾਸਤੇ ਗਏ ਸੀ ਇੱਕ ਦਿਨ ਵਾਸਤੇ, ਉਹਨਾਂ ਨੂੰ ਰਾਹ ਦੇ ਵਿੱਚ ਲਾਹਣਤਾਂ ਪਾਈਆਂ ਗਈਆਂ, ਕਹਿੰਦੇ ਉਹ ਸਾਡੇ ਨਹੀਂ। ਇਹਨਾਂ ਦਾ ਹੈ ਕੌਣ? ਮੈਨੂੰ ਸਪਸ਼ਟ ਤੇ ਕਰਨ ਇਹ। ਫਿਰ ਕਹਿੰਦੇ ਜੀ ਧਾਰਮਿਕ ਮੁੱਦਾ ਨਹੀਂ ਕੋਈ, ਇਹ ਧਾਰਮਿਕ ਸਟੇਜ ਨਹੀਂ। ਜੇ ਧਾਰਮਿਕ ਸਟੇਜ ਨਹੀਂ, ਫਿਰ ਪਖੰਡ ਕਿਉਂ ਕਰਦੇ ਨੇ? ਸਵੇਰੇ ਸੁਖਮਨੀ ਸਾਹਿਬ ਕਰਦੇ ਨੇ, ਸ਼ਾਮਾਂ ਨੂੰ ਜਿਹੜਾ ਉਹ ਨਵਾਜ਼ਾਂ ਪੜ੍ਹੀ ਜਾਂਦੀਆਂ ਨੇ, ਉਹ ਨਵਾਜ਼ ਪੜ੍ਹਾਈ ਜਾਂਦੀ ਆ ਸਪੀਕਰ ਦੇ ਵਿੱਚ, ਚਾਲੇ ਹਨੂਮਾਨ ਚਾਲੀਸਾ ਪੜ੍ਹਾਇਆ ਜਾਂਦਾ। ਫਿਰ ਇਹੋ ਜਿਹੇ ਪਖੰਡ ਕਿਉਂ ਕਰਦੇ ਨੇ? ਕਿ ਸੰਸਾਰ ਨੂੰ ਵਿਗੜਾਉਣ ਵਾਸਤੇ ਇਹਨਾਂ ਨੂੰ ਜਿਹੜੀ ਬਣਾ ਕੇ ਇਹਨਾਂ ਨੂੰ ਪਿੱਛੇ ਲਾਉਣ ਦੀ ਗੱਲ ਕਰਦੇ ਨੇ।
ਇਹੋ ਜਿਹੀਆਂ ਗੱਲਾਂ ਇਹ ਹਾਸੋਹੀਣੀਆਂ ਕਰਦੇ ਨੇ, ਜਾਂ ਤੇ ਫਿਰ ਸਿੱਧਾ ਸਪਸ਼ਟ ਕਰਨ ਵੀ ਹਾਂ ਸਾਡਾ ਕੋਈ ਧਰਮ ਨਾਲ ਸਾਡਾ ਕੋਈ ਸੰਬੰਧ ਨਹੀਂ ਹੈਗਾ, ਵੀ ਅਸੀਂ ਜਿਹੜੇ ਉਹ ਬੇਧਰਮੇ ਲੋਕ ਹੈ ਵੀ ਬੇਧਰਮੇ ਨੇ। ਜਿਹਨਾਂ ਦਾ ਧਰਮ ਹੁੰਦਾ ਇਹ ਉਸ ਦਿਨ ਆ ਕੇ ਕਹਿੰਦੇ ਵੀ ਜਵਾਨੋ ਬੜੀ ਤਗੜੀ ਸੋਹਣੀ ਤੁਸੀਂ ਗੱਲ ਕੀਤੀ ਆ, ਹੁਣ ਤੱਕ ਕਿੰਨੀਆਂ ਬੇਅਦਬੀਆਂ ਹੋਈਆਂ ਨੇ ਉਹ ਨਹੀਂ ਅਸੀਂ ਰੋਕ ਰਹੀਆਂ, ਜੇ ਤੁਸੀਂ ਇਹ ਕਰਮ ਕੀਤਾ ਤਾਂ ਇਹ ਚੜ੍ਹਦੀ ਕਲਾ। ਕੋਈ ਸਾਡੇ ਕੋਲ ਇਹਨਾਂ ਦਾ ਬੰਦਾ ਨਹੀਂ ਆਇਆ, ਇੱਕ ਵੀ ਬੰਦੇ ਨੂੰ ਸੁਨੇਹਾ ਦੇ ਕੇ ਭੇਜ ਦਿੰਦੇ ਵੀ ਹਾਂ ਜੀ ਕੋਈ ਸਾਨੂੰ ਸਲਾਹਣਾ ਦੀ ਲੋੜ ਨਹੀਂ, ਸਾਨੂੰ ਆ ਕੇ ਕਹਿੰਦੇ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ, ਸਾਨੂੰ ਹੌਸਲਾ ਮਿਲਦਾ। ਦੇਖੋ ਜੀ ਅਸੀਂ ਫਿਰ ਵੀ ਅਸੀਂ ਇਸ ਮੋਰਚੇ ਦਾ ਸਮਰਥਨ ਕਰਦੇ ਹਾਂ, ਔਰ ਜੋ ਪ੍ਰੋਗਰਾਮ ਦਿੰਦੇ ਆ ਉਹ ਪ੍ਰੋਗਰਾਮ ਦੇ ਉੱਤੇ ਅਸੀਂ ਪੂਰੇ ਉਤਰਦੇ ਹਾਂ। ਕਦੇ ਵੀ ਹੁਣ ਉਸ ਦਿਨ 27-28 ਤਰੀਕ ਨੂੰ RSS ਦੇ ਬੰਦਿਆਂ ਨੇ ਹਮਲਾ ਕਰ ਦਿੱਤਾ, ਇੱਕ ਕਿਸਾਨ ਤਾਂ ਉੱਥੇ ਉਧਰ ਜਿਹੜੇ ਬਣੇ ਹੋਏ ਨੇ ਪ੍ਰਧਾਨ ਜਾਂ ਡੱਲੇ ਵਾਲਾ ਦੂਜਾ ਤੀਜਾ ਇਹ ਰਾਜੇ ਵਾਲਾ ਹੋ ਗਿਆ, ਇਹ ਸਾਰੇ ਉਧਰ ਮੈਂ ਤਾਂ ਕੋਈ ਦੇਖਿਆ ਨਹੀਂ ਸਟੇਜ ਤੇ ਇਹਨਾਂ ਦਾ ਬੰਦਾ, ਇਹ ਸਾਰੇ ਭੱਜ ਗਏ ਸੀ ਜੀ। ਇਹਨਾਂ ਦੀਆਂ ਲੱਤਾਂ ਕੰਬਦੀਆਂ ਨੇ, ਜੇ ਕੋਈ ਮਾੜੀ ਜੀ ਗੱਲ ਹੋ ਜਾਂਦੀ ਆ ਤੇ ਉਸੇ ਵੇਲੇ ਲੀੜੇ ਬੈਗ 'ਚ ਪਾ ਕੇ ਤਿਆਰੀ ਕਰ ਲੈਂਦੇ ਨੇ ਵੀ ਚੱਲੀਏ ਪੰਜਾਬ ਨੂੰ। ਪਰ ਇਹ ਹੁਣ ਗੱਲ ਹੋਣ ਨਹੀਂ ਦੇਣੀ, ਨਾ ਤੇ ਖਾਲਸੇ ਨੇ ਇੱਥੋਂ ਭੱਜਣਾ ਤੇ ਨਾ ਇਹਨਾਂ ਭੱਜਣ ਦੇਣਾ ਜੀ। ਸੰਗਤ ਦਾ ਸਹਿਯੋਗ ਹੈ ਜੀ। ਜਦੋਂ ਦੀ ਉਹ ਕਾਨਫਰੰਸ ਕੀਤੀ ਹੈ ਉਸ ਤੋਂ ਬਾਅਦ ਲਗਾਤਾਰ ਮੈਨੂੰ ਹਰ ਸਕਿੰਟ ਬਾਅਦ ਮੈਨੂੰ ਫੋਨ ਆ ਰਿਹਾ ਹੈ। ਜੇ ਕਿਸੇ ਨੇ ਚੈੱਕ ਕਰਨਾ ਹੋਵੇ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਨੇ ਪੂਰੇ ਫੋਨਾਂ ਦੀਆਂ ਜੀ, ਘੱਟੋ ਘੱਟ ਜਿੰਨਾ 1.5 ਲੱਖ ਫੋਨ ਮੈਨੂੰ ਕੱਲ ਦਾ ਪਰਤੇ ਜਦੋਂ ਦੀ ਕਾਨਫਰੰਸ ਹੋਈ ਉਹ ਤੋਂ ਬਾਅਦ ਆਇਆ। ਕਿਸੇ ਇੱਕ ਵੀ ਬੰਦੇ ਨੇ ਇਹ ਨਹੀਂ ਕਿਹਾ ਵੀ ਤੁਸੀਂ ਇੱਧਰ ਛੱਡ ਕੇ ਚਲੇ ਜਾਓ ਬਾਬਾ ਜੀ। ਸੰਗਤ ਦਾ ਸਹਿਯੋਗ ਸਾਡੇ ਨਾਲ ਹੈ। ਬਾਕੀ ਜਿਹੜਾ 27 ਤਰੀਕ ਦਾ ਪ੍ਰੋਗਰਾਮ ਦਿੱਤਾ ਉਹ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਜੀ। ਜੀ ਬਿਲਕੁਲ, ਕਿਉਂਕਿ ਬਾਬਾ ਜੀ ਚੱਕਰ ਇਹ ਹੈ ਕਿ ਮੈਂ ਇੱਥੇ ਇੱਕ ਐਗਜ਼ਾਮਪਲ ਜਿਹੜਾ ਇੱਕ ਉਦਾਹਰਨ ਦੇ ਵਜੋਂ ਦਊਂਗਾ ਕਿ ਇਹ ਕਹਿੰਦੇ ਜੀ ਸਾਡੇ ਕੋਲ 45 ਸਾਲ ਦਾ ਤਜਰਬਾ। ਉਹ ਤਜਰਬਾ ਜਿਹੜਾ ਹੈਗਾ ਹੁਣ ਸਾਰੀ ਉਮਰ ਕਿਸੇ ਨੇ ਕੋਈ ਇੱਕ ਜੀਪ ਚਲਾਈ ਹੋਵੇ ਤੇ ਉਸ ਤੋਂ ਬਾਅਦ ਉਹ ਕਹੇ ਜੀ ਮੈਂ 40-45 ਸਾਲ ਹੁਣ ਜੀਪ ਚਲਾਈ ਆ ਤੇ ਮੈਨੂੰ ਹੁਣ ਜਿਹੜਾ ਹੈ ਉਹ ਜਹਾਜ਼ ਦਾ ਲਾਇਸੈਂਸ ਦੇ ਦਿਓ, ਸਮੁੰਦਰੀ ਜਹਾਜ਼ ਦਾ। ਤੇ ਉਹ ਸਮੁੰਦਰੀ ਜਹਾਜ਼ ਦਾ ਲਾਇਸੈਂਸ ਲਿਆ ਇਹਨਾਂ ਨੇ, ਲੈ ਡੁਪਲੀਕੇਟ ਜਿਹਾ, ਉਹਦੇ 'ਚ ਸਵਾਰੀਆਂ ਵੀ ਬਿਠਾ ਲੀਆਂ, ਉਹਨੂੰ ਪਾ ਲਿਆ ਸੜਕ ਦੇ ਉੱਤੇ। ਹੁਣ ਉਹ ਜਹਾਜ਼ ਜਿਹੜਾ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਉਹਨੂੰ ਚਲਾਉਣਾ ਕਿੱਧਰ ਨੂੰ ਆ, ਕਿਉਂਕਿ ਉਹ ਖਲੋਤਾ ਹੁਣ ਜਹਾਜ਼ ਨਾ ਇੱਧਰ ਨੂੰ ਚੱਲੇ ਨਾ ਉੱਧਰ ਨੂੰ ਚੱਲੇ। ਸੋ ਉਹ ਜਹਾਜ਼ ਇਹਨਾਂ ਕੋਲ ਹੁਣ ਚੱਲ ਨਹੀਂ ਰਿਹਾ। ਇਸ ਕਰਕੇ ਇਹ ਹੁਣ ਇਸ ਟਾਈਮ ਦੇ ਉੱਤੇ ਇਹ ਤਕਰੀਬਨ ਮੈਨੂੰ ਇਹ ਲੱਗਦਾ, ਮੇਰੀ ਆਪਣੀ ਸੋਚ ਆ ਕਿ ਜੇ ਅਗਰ ਖਾਲਸਾ ਫੌਜ ਉੱਥੇ ਨਾ ਹੋਵੇ, ਇੱਕ ਤਾਂ ਇਹਨਾਂ ਨੂੰ ਉਹ ਡੰਡੇ ਮਾਰ ਕੇ ਮੈਨੂੰ ਲੱਗਦਾ ਕਿ ਦਿੱਲੀ ਪੁਲਿਸ ਝੱਟ ਬੜੀ ਜਲਦੀ ਦੇ ਨਾਲ ਨਠਾ ਦੇ, ਤੇ ਦੂਜਾ ਖਾਲਸਾ ਕੌਮ ਦਾ ਲੱਗਿਆ ਹੋਇਆ ਪੈਸਾ ਮੋਰਚੇ ਦੇ ਵਿੱਚ, ਪੈਸਾ ਸਾਰਾ ਕੌਮ ਦਾ, ਮੋਰਚੇ ਨੂੰ ਖੜਾ ਕੀਤਾ ਕੌਮ ਨੇ। ਤੇ ਫਿਰ ਕਹਿੰਦੇ ਨੇ ਤੁਸੀਂ ਆਪਣੇ ਧਾਰਮਿਕ ਚਿੰਨ੍ਹ ਨਾ ਲਾਓ ਜੀ, ਤੁਸੀਂ ਆਪਣੀ ਧਾਰਮਿਕ ਜਿਹੜਾ ਤੁਹਾਡਾ ਹੈਗੇ ਨੇ ਬਾਕੀ ਕਾਰ ਵਿਹਾਰ ਉਹ ਤੁਸੀਂ ਕਰੋ ਨਾ। ਪੈਸਾ ਧਰਮ ਦਾ ਸਾਰਾ ਕੁਝ, ਮੋਰਚਾ ਧਰਮ ਦੇ ਨਾਂ ਦੇ ਉੱਤੇ ਖੜਾ ਹੋ ਗਿਆ ਤੇ ਫਿਰ ਧਰਮ ਦੀ ਗੱਲ ਕੀਤੀ ਕਿਉਂ ਨਾ ਜਾਵੇ। ਸੋ ਬਾਬਾ ਜੀ ਇਹ ਜਿਹੜਾ ਕੁਝ ਤੁਸੀਂ ਹੁਣ ਇਸ ਟਾਈਮ ਦੇ ਉੱਤੇ ਦੇਖ ਰਹੇ ਹੋ, ਕੀ ਸੋਚਦੇ ਹੋ ਕਿ ਮੋਰਚਾ ਜਿਹੜਾ ਹੈਗਾ ਇਹ ਕਿਸ ਦਿਸ਼ਾ ਵੱਲ ਨੂੰ ਜਾ ਰਿਹਾ ਇਸ ਟਾਈਮ ਦੇ ਉੱਤੇ? ਕੀ ਇਹ ਕੁਝ ਲੱਗਦਾ ਹੈ ਕਿ ਇਹ ਕਿਸੇ ਬੰਨੇ ਕੋਈ ਬੇੜਾ ਜਿਹੜਾ ਪਾਰ ਲਾ ਪਾਉਣਗੇ? ਜੀ ਬਾਬਾ ਜੀ ਦੇਖੋ ਜੀ, ਜੇ ਤਾਂ ਹੁਣ ਘਰੋਗੀ ਲੜਾਈ ਦੇ ਵਿੱਚ ਇਸੇ ਕੰਮ ਦੇ ਵਿੱਚ ਰਹੇ, ਸਾਡਾ ਫਲਾਣੇ ਨਾਲ ਸੰਬੰਧ ਨਹੀਂ, ਸਾਡਾ ਦੀਪ ਸਿੱਧੂ ਨਾਲ ਸੰਬੰਧ ਨਹੀਂ, ਸਾਡਾ ਲੱਖੇ ਨਾਲ ਸੰਬੰਧ ਨਹੀਂ, ਸਾਡਾ ਨਿਹੰਗ ਸਿੰਘਾਂ ਨਾਲ ਸੰਬੰਧ ਨਹੀਂ, ਸਾਡਾ ਗਰਮਦਲੀਆਂ ਨਾਲ ਸੰਬੰਧ ਨਹੀਂ, ਤਾਂ ਫਿਰ ਇੱਕ ਕਾਮਰੇਡ ਲਾਣੇ ਦਾ ਹੀ ਸੰਬੰਧ ਰਹਿ ਗਿਆ, ਹੋਰ ਤਾਂ ਕੋਈ ਸੰਬੰਧ ਨਹੀਂ ਰਹਿ ਗਿਆ ਫਿਰ ਇਹਦੇ ਵਿੱਚ। ਜੇ ਹੁਣ ਸਾਰਾ ਕੁਝ ਆਪਦੇ ਮੂੰਹ ਨਾਲ ਬੋਲ ਕੇ ਕਹਿ ਰਹੇ ਨੇ ਵੀ ਆਹ ਇਹਨਾਂ ਨਾਲ ਸੰਬੰਧ ਨਹੀਂਗਾ, ਸਾਡੇ ਨਾਲ ਫਲਾਣੇ ਦਾ ਸੰਬੰਧ ਨਹੀਂ, ਤੇ ਫਿਰ ਸੰਬੰਧ ਦੱਸਣ ਦੇ ਸਹੀ ਵੀ ਸੰਬੰਧ ਹੈ ਕਿਹਦੇ ਨਾਲ। ਬਾਕੀ ਜਿਹੜੀ ਤੁਸੀਂ ਗੱਲ ਇਹ ਕਹੀ ਹੈ ਨਾ ਵੀ ਇਹਨਾਂ ਨੂੰ ਜਹਾਜ਼ ਦਾ ਲਾਇਸੈਂਸ ਮਿਲ ਗਿਆ, ਇਹ ਬਿਲਕੁਲ ਦਰੁਸਤ ਹੈ। ਇਹ ਕਮਰਿਆਂ 'ਚ ਬੈਠ ਕੇ ਅੰਦੋਲਨ ਕਰਦੇ ਰਹੇ ਨੇ, ਵਰਸਭਾ ਦੇ ਉੱਤੇ ਬੋਲ ਕੇ, ਫੇਸਬੁੱਕਾਂ ਦੇ ਉੱਤੇ ਬੋਲ ਕੇ ਅੰਦੋਲਨ ਕਰਦੇ ਰਹੇ ਨੇ ਜੀ। ਅਸਲ ਦੇ ਵਿੱਚ ਅੰਦੋਲਨ ਦੇ ਵਿੱਚ ਇਹ ਪਹਿਲੀ ਵਾਰ ਕੁੱਦੇ ਨੇ ਜੀ, ਇਹਨਾਂ ਦੇ ਜੀਵਨ ਦਾ ਇਹ ਪਹਿਲਾ ਅੰਦੋਲਨ ਹੈ। ਇਹ ਤਜਰਬੇ ਦਾ ਤਾਂ ਜਦੋਂ ਕਹਿੰਦੇ ਵੀ ਉਹ ਜਦੋਂ ਕੋਈ ਬੰਦੇ ਨੂੰ ਕੋਈ ਕਰਨੀ ਪੈਂਦੀ ਆ ਖੇਡ ਤਾਂ ਉਸ ਵੇਲੇ ਪਤਾ ਲੱਗਦਾ ਨਾ ਵੀ ਕਿੰਨਾ ਤਜਰਬਾ ਕੀਤਾ। ਦੌੜ ਜਿਹੜਾ ਦੌੜ ਦਿੰਦਾ ਬੰਦਾ ਉਹ ਦੌੜਦਾਰ, ਮੈਂ ਕਹੀ ਜਾਵੇ ਮੈਂ ਜੀ ਸਾਲ ਮੈਂ ਇੰਨਾ ਦੌੜ ਲੈਣਾ, ਪਰ ਉਹਦਾ ਪਤਾ ਤਾਂ ਦੌੜ ਦੇ ਵਿੱਚ ਹੀ ਲੱਗਣਾ ਨਾ ਵੀ ਕਿੰਨੀ ਸਪੀਡ ਨਾਲ ਦੌੜਦਾ, ਇਹ ਰੇਸ ਜਿੱਤਦਾ ਜਾਂ ਨਹੀਂ ਜਿੱਤਦਾ। ਇਹ ਰੇਸ ਤੋਂ ਹਾਰ ਚੁੱਕੇ ਨੇ ਜੀ। ਇਹ ਸਿਰਫ ਬਹਾਨਾ ਭਾਲਦੇ ਨੇ, ਇਹ ਸਾਨੂੰ ਤਾਂ ਹਸਾਉਂਦੇ ਨੇ, ਇਹ ਗੱਲਾਂ ਘੜੀ ਕਹਿੰਦੇ ਨੇ ਵੀ ਸਾਡਾ ਸੰਬੰਧ ਨਹੀਂ, ਵੀ ਜਿਹੜੇ ਨਿਹੰਗ ਸਿੰਘ ਨੇ ਜਾਂ ਜਥੇਬੰਦੀਆਂ ਨੇ ਇਹ ਸਟੇਜ ਨੂੰ ਕਾਬਜ਼ ਕਰਨ ਤੇ ਅਸੀਂ ਛੱਡ ਕੇ ਜਾਈਏ, ਪਰ ਇਹੋ ਜਿਹਾ ਨਹੀਂ ਹੋਣ ਦਿੰਦੇ ਜੀ।
ਬਿਲਕੁਲ ਕਰਾਵਾਂਗੇ, ਇਹਨਾਂ ਦੇ ਕੋਲੋਂ ਕਰਾਵਾਂਗੇ ਔਰ ਜੁੱਤੀ ਦੇ ਨਾਲ ਕਰਾਵਾਂਗੇ, ਨਾ ਭੱਜਣਾ ਤੇ ਨਾ ਇਹਨਾਂ ਨੂੰ ਭੱਜਣ ਦੇਣਾ। ਬਿਲਕੁਲ ਇਹੀ ਖਾਲਸਾ ਪਰੰਪਰਾਵਾਂ ਨੇ ਕਿ ਜੇ ਤੁਸੀਂ ਹੁਣ ਇਹਨਾਂ ਨੂੰ, ਜੇ ਤੁਸੀਂ ਉੱਥੇ ਆਣ ਕੇ ਸਟੇਜਾਂ ਸਾਂਭ ਲਈਆਂ ਪਹਿਲਾਂ ਤੇ ਤੁਸੀਂ ਬਹੁਤ ਕੁਝ ਉੱਥੋਂ ਛਕ ਲਿਆ ਤੇ ਕੌਮ ਦਾ ਇੰਨਾ ਪੈਸਾ ਲਵਾਤਾ, એનર્ਜੀ ਲਵਾ ਦਿੱਤੀ, ਤੇ ਅੱਜ ਤੁਸੀਂ ਜਿਹੜਾ ਉਹ ਸਵਾਲ ਖੜੇ ਕਰਦੇ ਹੋ। ਇਹਨਾਂ ਨੂੰ ਇਹ ਵੀ ਪੁੱਛਿਆ ਜਾਣਾ ਚਾਹੀਦਾ। ਮੈਂ ਤੇ ਕਈਆਂ ਕੋ ਇਹਨਾਂ ਦੇ ਕੋਲ ਪੁੱਛਿਆ, ਇਹਨਾਂ ਦੇ ਕੋਲ ਜਵਾਬ ਨਹੀਂ ਆਉਂਦਾ। ਅੱਜ ਕੱਲ ਹੀ ਪੁੱਛ ਕੇ ਹਟਿਆ ਇੱਕ ਕੋ ਕਿ ਤੁਸੀਂ ਇਹ ਦੱਸੋ ਕਿ ਪਿਛਲੇ 10.5 ਮਹੀਨਿਆਂ ਤੋਂ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਬੈਠੀਆਂ ਸੀ, ਇੱਕ ਵੀ ਕੋਈ ਗੱਲ ਦੱਸ ਦਿਓ, ਕੋਈ ਇਦਾਂ ਦੀ ਗੱਲਬਾਤ ਹੋਈ, ਉਲਟਾ ਤੁਹਾਡੀ ਸੁਰੱਖਿਆ ਕੀਤੀ। ਤੇ ਜੇ ਕੋਈ ਦੁਸ਼ਟ ਜਿਹੜਾ ਹੈਗਾ ਉਹਨੂੰ ਸੋਧ ਦਿੱਤਾ, ਤੇ ਅੱਜ ਤੁਸੀਂ ਕਹਿੰਦੇ ਹੋ ਕਿ ਜਿਹੜਾ ਸਾਡਾ ਕੋਈ ਸਬੰਧ ਹੀ ਨਹੀਂ ਹੈਗਾ। ਅਸੀਂ ਕਦੋਂ ਕਹਿੰਦੇ ਆ ਕਿ ਤੁਹਾਡਾ ਸਬੰਧ ਹੈਗਾ? ਤੁਹਾਡਾ ਸਬੰਧ ਤੇ ਜਿਹੜਾ ਹੈਗਾ ਉਹ ਅਲੱਗ ਆ। ਤੁਸੀਂ ਤੇ ਬਿਲਕੁਲ ਆਪਣੇ ਆਪ ਨੂੰ ਸੇਫ ਚੱਲਦੇ ਹੋ, ਤੁਸੀਂ ਬਿਲਕੁਲ ਆਪਣੇ ਆਪ ਨੂੰ ਅਲੱਗ ਚੱਲਦੇ ਹੋ। ਇੱਕ ਗੱਲ ਦੱਸਿਓ, ਮੈਂ ਪੁਸ਼ਟੀ ਕਰਨੀ ਚਾਹੂੰਗਾ ਕਿ ਬਲਦੇਵ ਸਿੰਘ ਸਿਰਸਾ ਹੋਣੀ ਕਹਿੰਦੇ ਕਿ ਮੈਂ ਨਿਹੰਗ ਸਿੰਘ ਜਥੇਬੰਦੀਆਂ ਕੋ ਗਿਆ ਸੀਗਾ, ਪਰ ਤੁਸੀਂ ਇਹ ਕਹਿੰਦੇ ਹੋ ਕਿ ਉਹਨਾਂ ਵਿੱਚੋਂ ਕੋਈ ਵੀ ਬੰਦਾ ਜਿਹੜਾ ਉਹ ਸਾਨੂੰ ਹਲਾਸ਼ੇਰੀ ਨਹੀਂ ਦੇਣ ਆਇਆ ਜੀ। ਫਿਰ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ ਜੀ। ਦੇਖੋ ਜੀ, ਜਿਹੜਾ ਬਲਦੇਵ ਸਿੰਘ ਸਿਰਸਾ ਜੀ, ਜੇ ਉਹ ਮਾੜੀ ਮੋਟੀ ਗੱਲ ਕਰਦਾ ਉਹਨੂੰ ਉਹਨੇ ਸਟੇਜ ਤੋਂ ਚੜ੍ਹਨਾ ਬੰਦ ਕਰ ਦਿੱਤਾ ਜੀ। ਉਹ ਮੇਰੇ ਕੋਲ ਆਇਆ ਸੀਗਾ ਜ਼ਰੂਰ, ਪਰ ਉਹ ਇੰਨੀ ਗੱਲ ਪੁੱਛ ਕੇ ਚਲਿਆ ਗਿਆ, ਹਾਂਜੀ ਹੁਣ ਕੀ ਕਰਨਾ, ਅੱਗੇ ਤੁਹਾਡੀ ਕੀ ਰਣਨੀਤੀ ਆ। ਇਹ ਆਉਣ ਦਾ ਮਤਲਬ ਇਹ ਥੋੜਾ ਹੁੰਦਾ ਵੀ ਜਾ ਕੇ ਤੁਸੀਂ ਉਹਨਾਂ ਨੂੰ ਸਿਰਫ ਗੱਲਾਂ ਹੀ ਪੁੱਛੋ। ਉਹਨਾਂ ਨੇ ਕੋਈ ਐਸਾ ਸਾਨੂੰ ਨੂੰ ਕਿਹਾ ਵੀ ਅਸੀਂ ਇਹ ਗੱਲ ਦੀ ਜ਼ਿੰਮੇਵਾਰੀ ਲੈਂਦੇ ਆ, ਅਸੀਂ ਤੁਹਾਡੇ ਨਾਲ ਆ, ਇਹੋ ਜਿਹਾ ਕੁਝ ਨਹੀਂ ਕਹਿ ਕੇ ਆਇਆ ਜ਼ਰੂਰ ਆ ਜੀ, ਅਸੀਂ ਝੂਠ ਨਹੀਂ ਬੋਲਦੇ। ਮੇਰੇ ਕੋਲ ਆਇਆ ਸੀਗਾ ਬਲਦੇਵ ਸਿੰਘ ਸਿਰਸਾ, ਪਰ ਉਹਨਾਂ ਨੇ ਸਾਨੂੰ ਕੋਈ ਇਹੋ ਜਿਹੀ ਜਾਣੀ ਸਾਨੂੰ ਭਰੋਸਾ ਨਹੀਂ ਦਵਾਇਆ ਇਹ ਗੱਲ ਦਾ ਵੀ ਅਸੀਂ ਤੁਹਾਡੇ ਨਾਲ ਆ। ਜੇ ਇਹੋ ਜਿਹੀ ਗੱਲ ਕਹਿੰਦਾ ਤੇ ਮੈਂ ਪਹਿਲਾਂ ਨਜ਼ਰ ਕਰ ਦੇਣੀ ਸੀ ਵੀਡੀਓ ਤੇ ਵੀ ਬਲਦੇਵ ਸਿੰਘ ਸਿਰਸਾ ਜਿਹੜਾ ਸਾਡੇ ਨਾਲ ਬਿਲਕੁਲ ਸਾਡੇ ਨਾਲ ਹੈ। ਇਹ ਵੀਰ ਜੀ ਇਹ ਸਾਰੇ ਤਕਰੀਬਨ ਇੱਕੋ ਹੀ ਬੇੜੀ ਦੇ ਬੱਟੇ ਨੇ, ਇਹ ਇੱਕੋ ਹੀ ਰਾਹ ਦੇ ਪਾਂਦੀ ਨੇ। ਇਹ ਮੋਰਚਾ ਜਿੱਤਣ ਵਾਸਤੇ ਮੈਂ ਸੰਗਤਾਂ ਨੂੰ ਤੇ ਜੂਸ ਨੂੰ, ਖਾਸ ਕਰਕੇ ਜੂਸ ਨੂੰ ਜਿਹੜਾ ਸਾਨੂੰ ਇੱਥੇ ਲੈ ਕੇ ਆਇਆ ਬੈਰੀਗੇਡ ਪਾ ਕੇ, ਮੈਂ ਜੂਸ ਨੂੰ ਬੇਨਤੀ ਕਰਦਾ ਵੀ ਉਹ ਪਹੁੰਚੋ। ਜੇ ਹੁਣ ਧਰਨਿਆਂ ਦੇ ਵਿੱਚ ਬਰਗਾੜੀ ਤੁਸੀਂ ਪਹੁੰਚ ਗਏ, ਤੁਸੀਂ ਹਰ ਜਗ੍ਹਾ ਪਹੁੰਚਦੇ ਹੋ, ਤੇ ਜੇ ਇੱਥੇ ਸੋਡਾ ਲਾਤਾ ਤਾਂ ਤੁਹਾਡਾ ਸਾਰੀ ਕੌਮ ਦਾ ਹੱਕ ਬਣਦਾ, ਆ ਕੇ ਸਲਾਘਾ ਕਰੋ, ਆ ਕੇ ਨਾਲ ਖੜੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਕੱਲਾ ਨਹੀਂ ਸਿੰਘਾਂ ਦਾ ਤਾਂ ਨਹੀਂ, ਇਹ ਸਾਰੇ ਸੰਸਾਰ ਦਾ ਸਾਂਝਾ ਰਹਿਬਰ ਹੈ, ਇਹ ਸਾਰੇ ਸੰਸਾਰ ਨੂੰ ਹੀ ਹੋਣਾ ਚਾਹੀਦਾ। ਬਾਕੀ ਵੀਰ ਜੀ, ਸਾਨੂੰ ਮੁਸਲਮਾਨ ਭਾਈਚਾਰੇ ਨੇ ਵੀ, ਹਿੰਦੂ ਭਾਈਚਾਰੇ ਨੇ ਵੀ, ਸਾਨੂੰ ਸਾਰਿਆਂ ਨੇ ਫੋਨ ਕਾਲਾਂ ਕਰਕੇ ਸਾਨੂੰ ਵਧਾਈਆਂ ਦਿੱਤੀਆਂ ਨੇ ਵੀ ਤੁਸੀਂ ਇਹ ਬਹੁਤ ਵਧੀਆ ਕੀਤਾ। ਜੇ ਸਾਨੂੰ ਇਨਸਾਫ ਨਹੀਂ ਮਿਲਿਆ, ਇਸ ਕਰਕੇ ਅਸੀਂ ਇਹ ਜਿਹੜੀ ਘਟਨਾ ਇਹ ਵਾਪਰੀ ਹੈ, ਜੇ ਸਾਨੂੰ ਇਨਸਾਫ ਮਿਲਦਾ ਰਹਿੰਦਾ ਅਸੀਂ ਕਿਉਂ ਇਹੋ ਜਿਹਾ ਕੁਝ ਕਰਦੇ। ਇਸੇ ਕਰਕੇ ਵੀਰ ਜੀ ਇਹ ਹੁਣ ਵੀ ਇਹਨਾਂ ਨੂੰ ਦੇਖ ਲਓ, ਮੈਂ ਕਾਲਾਂ ਮੈਂ ਸ਼ੋਅ ਕਰ ਦਿੰਦਾ, ਕਾਲ ਜਿੰਨੀ ਵੀ ਆਈਆਂ ਨੇ, ਜਿਹੜੀ ਮੈਂ ਗੱਲ ਕਹਿ ਰਿਹਾ ਮੈਂ ਇੱਕ ਇੱਕ ਗੱਲ ਮੈਂ ਸਬੂਤ ਦੇਊਂਗਾ ਵੀ ਕਿੰਨੇ ਬੰਦਿਆਂ ਨੇ ਸਾਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਮੋਰਚੇ 'ਤੇ ਬੈਠੋ, ਔਰ ਕਿੰਨੇ ਨੇ ਸਾਨੂੰ ਵਧਾਈਆਂ ਦਿੱਤੀਆਂ ਨੇ। ਇਹ ਮੇਰੇ ਕੋਲ ਰਿਕਾਰਡਿੰਗਾਂ ਨੇ ਜੀ, ਉਸ ਸਮੇਂ ਦੇਖਦੇ ਮੈਂ ਕੋਈ ਰਿਕਾਰਡਿੰਗ ਨਹੀਂ ਕੱਟੀ, ਜਿੰਨੀਆਂ ਕਾਲਾਂ ਆਈਆਂ ਨੇ ਮੈਂ ਸਾਰੀਆਂ ਇਸੇ ਤਰ੍ਹਾਂ ਫੋਨ ਹੈਂਡਓਵਰ ਕਰ ਦੂੰਗਾ ਕਿ ਸਾਰੇ ਸਾਹਮਣੇ ਸੰਸਾਰ ਦੇ ਨਜ਼ਰ ਕੀਤਾ ਜਾਵੇ ਜੀ। ਬਾਬਾ ਜੀ, ਅਖੀਰ ਦੇ ਉੱਤੇ ਤੁਸੀਂ ਜਿਹੜੀਆਂ ਵਿਦੇਸ਼ ਵਿੱਚ ਸੰਗਤਾਂ ਬੈਠੀਆਂ ਨੇ, ਕੋਈ ਉਹਨਾਂ ਨੂੰ ਅਪੀਲ ਕਰਨੀ ਚਾਹੋ? ਨਾਰਥ ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਰੇ ਜਗ੍ਹਾ ਦੇ ਉੱਤੇ ਇਹ ਸਾਡਾ ਜਿਹੜਾ ਪ੍ਰੋਗਰਾਮ ਹੈ ਦੇਖਿਆ ਜਾਣਾ। ਸੋ ਇਹਦੇ ਵਿੱਚ ਤੁਸੀਂ ਕੋਈ ਖਾਸ ਜਿਹੜੀ ਕੋਈ ਅਪੀਲ ਜਾਂ ਕੋਈ ਖਾਸ ਅਖੀਰ ਦੇ ਉੱਤੇ ਕਹਿਣੀ ਚਾਹੋ, ਤੇ ਫਿਰ ਆਪਾਂ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਕਰਾਂਗੇ ਜੀ। ਦੇਖੋ ਜੀ, ਸਭ ਤੋਂ ਵੱਡਾ ਸੁਨੇਹਾ ਇਹ ਆ ਵੀ ਜਦੋਂ ਇਹੋ ਜਿਹਾ ਕੋਈ ਘਟਨਾਕ੍ਰਮ ਹੋ ਜਾਂਦਾ ਹੈ, ਫਿਰ ਬਹੁਤ ਜ਼ਿਆਦਾ ਜਥੇਬੰਦੀਆਂ ਅੱਗੇ ਆ ਜਾਂਦੀਆਂ ਨੇ ਵੀ ਅਸੀਂ ਕੀਤਾ ਜੀ, ਅਸੀਂ ਕੀਤਾ। ਬਹੁਤ ਜ਼ਿਆਦਾ ਲੋਕ ਜਿਹੜੇ ਉਧਰੋਂ ਪੈਸਾ ਮੰਗਾਉਂਦੇ ਨੇ ਨਾਂ ਦੇ ਉੱਤੇ, ਸ਼ਹੀਦਾਂ ਦੇ ਨਾਂ ਉੱਤੇ, ਸਿੰਘਾਂ ਦੇ ਸੂਰਮਿਆਂ ਦੇ ਨਾਂ ਦੇ ਉੱਤੇ, ਉਹ ਕਿਸੇ ਨੂੰ ਕੋਈ ਪੈਸਾ ਨਾ ਦਿੱਤਾ ਜਾਵੇ ਜੀ। ਜਿੰਨੇ ਦਾਨੀ ਸੱਜਣ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਆ ਵੀ ਉਹ ਕਿਸੇ ਨੂੰ ਪੈਸਾ ਨਾ ਦਿੱਤਾ ਜਾਵੇ। 10 ਦਾ ਨੰਬਰ ਨੋਟ ਕਰ ਲਓ, 83 600 470 ਜੀ। ਇਹ 10 ਦਾ ਨੰਬਰ ਆ, ਜਿਹਨੇ ਆ ਕੇ ਸੇਵਾ ਦੇਣੀ ਆ ਸਿੱਧੀ ਦੇਣੀ ਹੈ, ਕਿਉਂ ਕਾਊਂਟਾਂ 'ਚ ਪਾਉਂਦੇ ਨੇ। ਮੇਰਾ ਕੋਈ ਕਾਊਂਟ ਨੰਬਰ ਹੀ ਨਹੀਂ ਹੈ ਜੀ, ਮੇਰੀ ਕੋਈ ਬੈਂਕ ਦੀ ਕਾਪੀ ਨਹੀਂ ਹੈ, ਜਿੱਥੋਂ ਮਰਜ਼ੀ ਕੋਈ ਜਾਂਚ ਕਰਾ ਲਓ ਜੀ। ਕੋਈ ਬੈਂਕ ਦੀ ਕਾਪੀ ਨਹੀਂ, ਨਾ ਮੇਰਾ ਕੋਈ ਅਕਾਊਂਟ ਨੰਬਰ ਹੈ ਜੀ। ਬਾਬਾ ਜੀ, ਜਿਹਨੇ ਸੇਵਾ ਦੇਣੀ ਆ ਉਹ ਸਿੱਧੀ ਆ ਕੇ ਕੰਟੈਕਟ ਕਰਕੇ ਸੇਵਾ ਦੇਵੇ, ਜਾਂ ਤਾਂ ਕਿ ਉਹ ਸੂਰਮੇ ਜਿਹੜੇ ਆਪਾਂ ਨੇ ਹੀਰੇ ਵਰਗੇ ਜਿਹਦੇ ਉਹ ਸਰੈਂਡਰ ਕਰਾਏ ਨੇ ਉਹਨਾਂ ਦੀ ਪੈਰਵਾਈ ਕਰਕੇ ਉਹਨਾਂ ਨੂੰ ਛੁਡਾਇਆ ਜਾਵੇ। ਇਹ ਬੇਨਤੀ ਆ ਸਾਰੇ ਭਾਈਚਾਰੇ ਨੂੰ, ਜਿਹੜੇ ਬਾਹਰ ਰਹਿੰਦੇ ਨੇ ਉਹਨਾਂ ਨੂੰ ਵੀ, ਜਿਹੜੇ ਸਾਡੇ ਇੱਥੇ ਭਾਰਤ ਵਿੱਚ ਰਹਿੰਦੇ ਨੇ ਉਹਨਾਂ ਨੂੰ ਵੀ ਜੀ। ਬਾਬਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਸਮਾਂ ਦਿੱਤਾ, ਤੇ ਇਹ ਜਿਹੜਾ ਤੁਹਾਡਾ ਸੁਨੇਹਾ ਹੈ ਉਹ ਤਕਰੀਬਨ ਸਾਰੀ ਦੁਨੀਆ ਤੱਕ ਇਸ ਟਾਈਮ ਦੇ ਉੱਤੇ ਜਿਹੜੇ ਸਾਰੇ ਦਰਸ਼ਕ ਨੇ ਉਹਨਾਂ ਤੱਕ ਪਹੁੰਚਦਾ ਹੋ ਜਾਏਗਾ। ਸੋ ਮੈਂ ਤੁਹਾਡਾ ਅਖੀਰ ਦੇ ਵਿੱਚ ਬਹੁਤ ਬਹੁਤ ਧੰਨਵਾਦੀ ਹੈਗਾ ਕਿ ਤੁਸੀਂ ਇਸ ਤਰ੍ਹਾਂ ਦੇ ਨਾਲ ਹੀ ਡਟੇ ਰਹੋ,
ਕਿਉਂਕਿ ਇਸ ਟਾਈਮ ਦੇ ਉੱਤੇ ਅਸੀਂ ਜਿਹੜਾ ਸਾਡਾ ਪੰਥ ਹੈ ਉਹ ਬਹੁਤ ਮੁਸ਼ਕਲਾਂ ਦੇ ਵਿੱਚੋਂ ਨਿਕਲ ਰਿਹਾ। ਦੁਸ਼ਮਣ ਤਾਕਤਵਰ ਵੀ ਹੈ ਤੇ ਦੁਸ਼ਮਣ ਇਹ ਚਾਹੁੰਦਾ ਕਿ ਹੁਣ ਇਹਨਾਂ ਨੂੰ ਹੜੱਪ ਲਿਆ ਜਾਵੇ, ਕਿਉਂਕਿ ਸਿੱਖ ਜਿਸ ਦਿਨ ਇੱਕ ਵੀ ਰਹਿ ਜਾਊਗਾ ਨਾ ਇਸ ਧਰਤੀ ਦੇ ਉੱਤੇ ਤੇ ਉਹਦਾ ਜਿਹੜਾ ਤਰੀਕਾ ਤੇ ਸਲੀਕਾ ਉਹ ਇਹੋ ਜਿਹਾ ਹੀ ਹੋਏਗਾ ਜਿਹੜਾ ਇਹ ਨਿਹੰਗ ਸਿੰਘਾਂ ਨੇ ਉੱਥੇ ਜਿਹੜਾ ਹੈ ਇਹ ਜਿਹੜੀ ਖੇਡ ਉੱਥੇ ਵਰਤੀ ਆ ਇਸ ਤਰ੍ਹਾਂ ਦਾ ਹੀ ਹੋਏਗਾ। ਕਿਉਂਕਿ ਜਿਹੜਾ ਗੁਰੂ ਦੇ ਮੂੰਹ ਵੱਲ ਕਰਕੇ ਸਿੱਖ ਬੈਠਾ ਉਹਦੇ ਚ ਕੋਈ ਫਰਕ ਨਹੀਂ। ਬਾਕੀ ਜਿਹੜੀ ਕੌਮ 60-70% ਸੁੱਤੀ ਪਈ ਆ, ਜਾਂ ਜਿਹੜੇ ਪੱਗਾਂ ਸਿਰ ਤੇ ਬੰਨ ਕੇ ਤੇ ਗੁਰੂ ਦੇ ਉਲਟ ਜਾਂ ਸਿੱਖੀ ਦੇ ਉਲਟ ਬਿਆਨਬਾਜ਼ੀਆਂ ਕਰਦੇ ਨੇ, ਚਾਹੇ ਉਹ ਢੱਡਰੀਆਂ ਵਾਲਾ ਹੋਵੇ ਤੇ ਜਾਂ ਉਹ ਨਿਊਜ਼ੀਲੈਂਡ ਵਾਲਾ ਹੋਵੇ ਤੇ ਜਾਂ ਕੋਈ ਹੋਰ ਬੈਠੇ ਚੈਨਲਾਂ ਦੇ ਉੱਤੇ ਬੈਠ ਕੇ ਸਿੱਖੀ ਸਰੂਪ ਦੇ ਵਿੱਚ ਸਿੱਖਾਂ ਵੱਲ ਦੇ ਉਲਟ ਭੁਗਤ ਰਹੇ ਹੋਣ। ਇਹ ਮੈਨੂੰ ਲੱਗਦਾ ਕਿ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਬਹੁਤ ਵੱਡੀ ਚਪੇੜ ਆ। ਤੇ ਅਸੀਂ ਆਪਣੇ ਚੈਨਲ ਵੱਲੋਂ ਔਰ ਆਪਣੇ ਟੀਮ ਵੱਲੋਂ ਅਸੀਂ ਹਮੇਸ਼ਾ ਇਹ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਸਹੀ ਤਸਵੀਰ ਤੁਹਾਡੇ ਤੱਕ ਜਿਹੜੀ ਆ ਉਹ ਪਹੁੰਚਦੀ ਕੀਤੀ ਜਾਵੇ ਤੇ ਸਹੀ ਤਸਵੀਰ ਨੂੰ ਜਿਹੜਾ ਪੇਸ਼ ਕਰਨ ਵਾਸਤੇ ਹੀ ਮੈਂ ਅੱਜ ਬਾਬਾ ਬਲਵਿੰਦਰ ਸਿੰਘ ਜੀ ਹੋਣਾ ਨੂੰ ਮੋਇਆ ਦੀ ਮੰਡੀ ਜਿਹੜੀ ਇਹਨਾਂ ਦੀ ਜਥੇਬੰਦੀ ਆ ਉਹਨਾਂ ਨੂੰ ਉਹ ਜਿਹੜੀ ਹੈ ਬੇਨਤੀ ਕੀਤੀ ਸੀ। ਉਮੀਦ ਕਰਦਾ ਕਿ ਤੁਹਾਨੂੰ ਸਾਡਾ ਅੱਜ ਵਾਲਾ ਪ੍ਰੋਗਰਾਮ ਜਿਹੜਾ ਹੈ ਉਹ ਪਸੰਦ ਆਵੇਗਾ ਤੇ ਫਿਰ ਆਪਾਂ ਕਿਸੇ ਹੋਰ ਸ਼ਖਸੀਅਤ ਦੇ ਨਾਲ ਜਿਹੜਾ ਹੈ ਤੁਹਾਨੂੰ ਫਿਰ ਰੂਬਰੂ ਕਰਾਵਾਂਗੇ। ਸੋ ਇੱਥੇ ਮੈਨੂੰ ਪ੍ਰੋਗਰਾਮ ਜਿਹੜਾ ਹੈ ਸਮਾਪਤ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਸੋ ਫਿਰ ਮਿਲਾਂਗੇ ਆਪਾਂ। ਸੋ ਭੈ ਕਾਹੂ ਕੋ ਦੇਤ ਨਾ ਨੈ ਪੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।